ਪਰਸਨ ਹੈਗਾ ਉਸਦਾ ਕੋਈ ਗਰੁੱਪ ਨਹੀਂ ਹੁੰਦਾ ਗਾ, ਉਹ ਇਕੱਲਾ ਹੀ ਹੁੰਦਾ ਗਾ। ਇੱਕ ਕੰਪਿਊਟਰ ਸਿਸਟਮ ਲਾ ਲਓ, ਕੋਈ ਵੀ ਲਗਾ ਲਓ। ਜਦੋਂ ਆਪਾਂ ਉਹਨਾਂ ਨੂੰ ਜੋੜ ਦਿੰਦੇ ਹਾਂ, ਮੰਨ ਲਓ ਤੁਸੀਂ ਫਰੈਂਡ ਸਰਕਲ, ਆਪਾਂ ਕਹਿੰਦੇ ਫਰੈਂਡ ਸਰਕਲ ਤਾਂ ਹੀ ਬਣਦਾ ਜਦੋਂ ਇੱਕ ਤੋਂ ਜ਼ਿਆਦਾ ਹੋਣ। ਗਰੁੱਪ ਤੁਹਾਡਾ ਆਪਸ ਵਿੱਚ ਤਾਂ ਹੀ ਬਣਦਾ ਜਦੋਂ ਇੱਕ ਤੋਂ ਜ਼ਿਆਦਾ। ਇਸੇ ਤਰ੍ਹਾਂ ਹੀ ਕੰਪਿਊਟਰ ਨੈਟਵਰਕ ਕੀ ਹੈ? ਕੰਪਿਊਟਰ ਨੈਟਵਰਕ ਕੀ ਹੈ? ਕੰਪਿਊਟਰਾਂ ਦਾ ਕੀ ਹੈ? ਸਮੂਹ ਹੈ, ਗਰੁੱਪ ਹੈ, ਇੱਕ ਇਕੱਠ ਹੈ। ਇੱਕ ਨੈਟਵਰਕ ਕੀ ਹੈ? ਕੰਪਿਊਟਰਾਂ ਦਾ ਸਮੂਹ ਹੈ। ਅਤੇ ਹੋਰ ਹਾਰਡਵੇਅਰ ਭਾਗ, ਵੱਖ-ਵੱਖ ਜਿਹੜੇ ਹਾਰਡਵੇਅਰ ਭਾਗ ਨੇ, ਤੁਹਾਨੂੰ ਪਤਾ ਹੈ ਪ੍ਰਿੰਟਰ ਹੋਇਆ, ਪਲੋਟਰ ਹੋਇਆ, ਹੋਰ ਬਹੁਤ ਸਾਰੇ ਹਾਰਡਵੇਅਰ ਭਾਗ ਨੇ ਜਿਹੜੇ ਆਪਾਂ ਦੇਖਦੇ ਹਾਂ ਆਮ, ਜੋ ਕਿ ਆਪਸ ਵਿੱਚ ਸੰਚਾਰ ਮਾਧਿਅਮ ਕੇਬਲ ਜਾਂ ਸੈਟੇਲਾਈਟ ਦੁਆਰਾ ਕੀ ਹੁੰਦੇ ਨੇ? ਜੁੜੇ ਹੁੰਦੇ ਹਨ। ਅਤੇ ਸਾਧਨ ਜਿਹੜੀ ਰਿਸੋਰਸਿਸ ਨੇ, ਕੋਈ ਜਾਣਕਾਰੀ ਹੈ, ਇਨਫੋਰਮੇਸ਼ਨ ਹੈ, ਉਹਨੂੰ ਕੀ ਹੈ? ਸਾਂਝੀ ਕਰਨ ਦੇ ਲਈ ਕੀ ਹੈ? ਆਗਿਆ ਦਿੰਦੇ ਨੇ। ਫੋਰ ਐਗਜ਼ਾਮਪਲ, ਉਦਾਹਰਨ ਦੇ ਤੌਰ ਤੇ ਆਪਣੇ ਕੰਪਿਊਟਰ ਲੈਬ ਦੇ ਵਿੱਚ ਤੁਸੀਂ ਆਮ ਦੇਖਿਆ ਹੈਗਾ, ਤਾਂ ਇੱਕ ਮੇਨ ਸਿਸਟਮ ਦੇ ਨਾਲ 5 ਜਿਹੜੇ ਸਿਸਟਮ ਨੇ ਉਹ ਆਪਣੀ ਜਾਣਕਾਰੀ ਕੀ ਹੈ ਸਾਂਝੀ ਕਰਦੇ ਨੇ, ਹਾਰਡਵੇਅਰ ਕੀ ਸ਼ੇਅਰ ਕਰਦੇ ਨੇ। ਜਿਵੇਂ ਪ੍ਰਿੰਟਰ ਕੀ ਸ਼ੇਅਰ ਕੀਤਾ ਗਿਆ ਸਾਰਿਆਂ ਨਾਲ, ਠੀਕ ਹੈ। ਕੋਈ ਆਪਣੀ ਇਨਫੋਰਮੇਸ਼ਨ ਹੈ ਸਟੋਰ ਹੁੰਦੀ, ਉਹ ਪਹਿਲੇ ਸਿਸਟਮ ਤੇ ਜਾ ਕੇ ਕੀ ਸਟੋਰ ਹੁੰਦੀ ਹੈ। ਤੇ ਇੱਕ ਤਰ੍ਹਾਂ ਹਾਰਡਵੇਅਰ ਕੀ ਆਪਾਂ ਕਰ ਰਹੇ ਹਾਂ? ਸ਼ੇਅਰ ਕਰ ਰਹੇ ਹਾਂ। ਉਹ ਕਿਸ ਦੇ ਦੁਆਰਾ? ਇੱਕ ਸੈਟੇਲਾਈਟ, ਇੱਕ ਕੇਬਲ, ਇੰਟਰਨੈਟ ਐਕਸੈਸ ਨਾਲ ਕੀ ਉਹ ਸੰਭਵ ਹੈ। ਜਾਂ ਆਪਾਂ ਤੁਸੀਂ ਦੇਖੋ ਇੱਕ ਨੈਟਵਰਕਿੰਗ ਕੀ ਕੀਤੀ ਹੋਈ ਹੈ, ਕੇਬਲਿੰਗ ਲਾਈ ਹੋਈ ਹੈ, ਇੱਕ ਥਿਨ ਕਲਾਇੰਟ ਲੱਗੇ ਹੋਏ ਨੇ, ਠੀਕ ਹੈ। ਇੱਕ ਡੱਬੀ ਜੀ ਲੱਗੀ ਹੈ, ਤੁਸੀਂ LED ਦੇ ਮਗਰ ਦੇਖੀ ਹੋਣੀ ਹੈ। ਉਸ ਦੇ ਨਾਲ ਆਪਾਂ ਕੀਤਾ ਐਨ ਕੰਪਿਊਟਿੰਗ ਕੀਤਾ ਯੂਜ਼ ਕੀਤਾ ਹੋਇਆ। ਇਸ ਦੇ ਵਿੱਚ ਆਪਾਂ ਵੱਖ-ਵੱਖ ਨੈਟਵਰਕਿੰਗ ਤੇ ਇੰਟਰਨੈਟ ਦੇ ਸਿਧਾਂਤ ਪੜਾਂਗੇ। ਤੇ ਪਹਿਲਾ ਜੀ ਜਿਹਨੂੰ ਆਪਾਂ ਬੋਲਦੇ ਹਾਂ ਕੰਪਿਊਟਰ ਨੈਟਵਰਕ ਮਾਡਲ ਵੀ ਕਹਿੰਦੇ ਆ, ਆਰਕੀਟੈਕਚਰ ਮਾਡਲ ਵੀ ਕਹਿ ਦਿੰਦੇ ਆ, ਠੀਕ ਹੈ। ਤੇ ਭਾਗਾਂ ਦੇ ਵਿੱਚ ਵੀ ਕਹਿੰਦੇ ਆ ਕਿਹੜੇ ਭਾਗ 'ਚ ਡਿਵਾਈਡ ਕੀਤਾ ਹੈ ਨੈਟਵਰਕ ਨੂੰ ਆਪਾਂ। ਇੱਕ ਹੁੰਦਾ ਪੀਅਰ ਟੂ ਪੀਅਰ, ਸੈਕਿੰਡ ਵਨ ਹੁੰਦਾ ਜੀ ਕਲਾਇੰਟ ਸਰਵਰ। ਪੀਅਰ ਟੂ ਪੀਅਰ ਦਾ ਮਤਲਬ ਹੁੰਦਾ ਹੈ ਜੀ ਜਦੋਂ ਆਪਣਾ ਦਰਜਾ ਕੀ ਹੈ ਜੀ ਬਰਾਬਰ ਹੋਵੇ। ਮੰਨ ਲਓ ਤੁਸੀਂ ਇੱਕ ਕਲਾਸ ਦੇ ਵਿੱਚ 2 ਸਟੂਡੈਂਟ ਨੇ, ਉਹਨਾਂ ਦਾ ਦਰਜਾ ਕੀ ਬਰਾਬਰ ਹੈ। ਮੰਨ ਲਓ ਉਹਨਾਂ ਕੋਲ ਆਪਦੀ ਸਪੇਸ ਹੈ, ਆਪਦਾ ਦਿਮਾਗ ਹੈ, ਆਪਦਾ ਹੀ ਕੰਮ ਕਰਨਾ ਹੈ, ਸਾਰਾ ਕੁਝ ਕੀ ਉਹਨਾਂ ਦਾ ਬਰਾਬਰ ਦਰਜਾ। ਕੰਮ ਕੀ ਹੈ? ਸਟੈਂਡਰਡ ਕੀ ਹੈ? ਤੁਹਾਡਾ ਇੱਕ ਸਟੂਡੈਂਟ ਹੋ, ਕਿਹੜੇ ਸਟੂਡੈਂਟ ਉਸ ਕਲਾਸ ਦੇ। ਤਾਂ ਇਸ ਤਰ੍ਹਾਂ ਹੀ ਕੰਪਿਊਟਰ ਨੈਟਵਰਕ ਦੇ ਵਿੱਚ ਕੀ ਹੈ? ਜਦੋਂ ਸਿਸਟਮ ਮੰਨ ਲਓ ਤੁਹਾਡਾ ਫੋਨ ਹੈਗਾ, ਤੁਹਾਡਾ ਆਪਦਾ ਫੋਨ ਹੈਗਾ, ਉਹਦੀ ਆਪਦੀ ਮੈਮਰੀ ਹੈਗੀ, ਦੂਸਰੇ ਕੋਲ ਆਪਦਾ ਫੋਨ ਹੈ। ਇੱਕ ਪੀਅਰ ਟੂ ਪੀਅਰ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਕਿ ਇੱਕ ਪੀਅਰ ਟੂ ਪੀਅਰ ਕੀ ਹੈ? ਨੈਟਵਰਕ ਹੈ। ਇਹ ਉਹ ਨੈਟਵਰਕ ਹੈ ਜਿਨ੍ਹਾਂ ਵਿੱਚ ਸਾਰੇ ਕੰਪਿਊਟਰਾਂ ਦਾ ਦਰਜਾ ਕੀ ਬਰਾਬਰ ਹੋਵੇ, ਠੀਕ ਹੈ ਜੀ। ਤੇ ਆਮ ਤੌਰ ਤੇ ਅਜਿਹੇ ਨੈਟਵਰਕ ਵਿੱਚ ਹਰੇਕ ਟਰਮੀਨਲ ਦੇ ਕੋਲ ਇੱਕ ਬਰਾਬਰ CPU ਹੁੰਦਾ ਸਮਰੱਥ, ਠੀਕ ਹੈ ਜੀ। ਤਾਂ ਵੱਖ-ਵੱਖ ਕੀ ਉਹਨਾਂ ਕੋਲ ਆਪਦੀਆਂ ਲੋਕਲ ਮੈਮਰੀ ਹੁੰਦੀਆਂ ਨੇਗੀਆਂ। ਵੱਖ-ਵੱਖ ਭਾਵ ਮਤਲਬ ਕਿਸੇ ਕੋਲ ਜਿਵੇਂ ਤੁਹਾਡੇ ਕੋਲ ਫੋਨ ਹੈਗਾ, ਤੁਹਾਡੇ ਕੋਲ ਅਲੱਗ ਮੈਮਰੀ ਦਾ ਫੋਨ ਹੈਗਾ, ਦੂਸਰੇ ਪਰਸਨ ਲਵੇ ਅਲੱਗ ਮੈਮਰੀ ਦਾ ਫੋਨ ਹੈਗਾ, ਠੀਕ ਹੈ। ਉਹਦੀ ਕਪੈਸਿਟੀ ਅਲੱਗ ਹੈ, ਉਹਦੀ ਕਪੈਸਿਟੀ ਅਲੱਗ ਹੈ। ਸੋਚਣ ਦੀ ਸ਼ਕਤੀ ਕੀ ਹੈ ਜਿਵੇਂ ਬੱਚੇ ਦੀ ਅਲੱਗ ਹੁੰਦੀ ਹੈ, ਇੱਕ ਦੀ ਅਲੱਗ ਹੁੰਦੀ ਹੈ, ਠੀਕ ਹੈ। ਬਟ ਇੱਕ ਨੈਟਵਰਕ ਦੇ ਵਿੱਚ ਕੀ ਉਹਨਾਂ ਦਾ ਦਰਜਾ ਕੀ ਹੈ? ਇਕੁਅਲ ਹੈ, ਠੀਕ ਹੈ। ਕਲਾਸ ਦੇ ਵਿੱਚ ਕੀ ਹੈ? ਤੁਸੀਂ ਦੋਨੇ ਐਜ ਏ ਸਟੂਡੈਂਟ ਦੋਨੇ ਇਕੁਅਲ ਹੋ। ਸੈਕਿੰਡ ਵਨ ਕੀ ਹੈ ਤੁਹਾਡਾ? ਕਲਾਇੰਟ ਸਰਵਰ। ਇਹ ਉਹ ਨੈਟਵਰਕ ਹੈ ਜਿਨ੍ਹਾਂ ਵਿੱਚ ਕੁਝ ਖਾਸ ਕੰਪਿਊਟਰਾਂ ਕੋਲ ਖਾਸ ਸਮਰਪਿਤ ਕੰਮ ਅਤੇ ਦੂਜੇ ਕੰਪਿਊਟਰਾਂ ਨੂੰ ਸੇਵਾਵਾਂ ਦਿੰਦੇ ਹਨ, ਜਿਵੇਂ ਕਲਾਇੰਟ ਸਰਵਰ ਨੈਟਵਰਕ। ਜਿਵੇਂ ਤੁਹਾਨੂੰ ਐਗਜ਼ਾਮਪਲ ਉਹੀ ਲੈਬ ਵਾਲੀ ਐਗਜ਼ਾਮਪਲ ਲੈ ਸਕਦੇ ਹੋ ਤੁਸੀਂ। ਇੱਕ ਸਰਵਰ ਹੈਗਾ, ਬਾਕੀ ਸਾਰੇ ਕੀ ਨੇ? ਉਹਦੇ ਕਲਾਇੰਟ ਨੇ। ਜਿਹੜਾ ਵੀ ਕੰਮ ਕਰਨਾ ਹੈਗਾ ਆਪਾਂ ਪਹਿਲਾਂ ਸਰਵਰ ਰਾਹੀਂ ਆਪਾਂ ਉਹਨੂੰ ਓਪਨ ਕਰਦੇ ਹਾਂ, ਠੀਕ ਹੈ, ਅਨਲੌਕ ਕਰਦੇ ਹਾਂ, ਬਾਕੀ ਸਾਰੇ ਸਿਸਟਮ ਕੀ ਤਾਂ ਚੱਲਦੇ ਨੇ। ਇਹ ਉਹ ਕੰਪਿਊਟਰ ਨੇ ਜਿਹੜੇ ਸੇਵਾਵਾਂ ਮੁਹੱਈਆ ਕਰਵਾਉਂਦੇ ਨੇ, ਉਹਨਾਂ ਨੂੰ ਸਰਵਰ ਕਹਿੰਦੇ ਨੇ। ਉਹ ਜੋ ਇਹ ਸੇਵਾਵਾਂ ਨੂੰ ਵਰਤਦੇ ਨੇ ਉਹਨਾਂ ਨੂੰ ਕੀ ਕਹਿੰਦੇ ਨੇ ਜੀ? ਕਲਾਇੰਟ ਕਹਿੰਦੇ ਨੇ, ਠੀਕ ਹੈ। ਕੋਈ ਵੀ ਸੌਫਟਵੇਅਰ ਹੈ ਪਹਿਲਾਂ ਉਹ ਫਸਟ ਸਿਸਟਮ ਤੇ ਕੀ ਆਪਾਂ ਕਰਦੇ ਹਾਂ? ਸਰਵਰ ਤੇ ਕੀ ਕਰਦੇ ਹਾਂ? ਇੰਸਟਾਲ ਕਰਦੇ ਹਾਂ। ਬਾਕੀ ਕੀ ਨੇ? ਸਾਰੇ ਉਹਨੂੰ ਵਰਤਦੇ ਨੇ। ਤਾਂ ਨੈਟਵਰਕ ਦੀਆਂ ਕੀ ਕਿਸਮਾਂ ਜੀ? ਟਾਈਪ ਆਫ ਨੈਟਵਰਕ ਜਿਹੜੇ ਨੇ ਜੀ ਲੈਨ, ਬੈਨ, ਮੈਨ ਤੇ ਇੱਕ ਪੈਨ, ਠੀਕ ਹੈ ਜੀ। ਇਸ ਤਰ੍ਹਾਂ ਦੇ ਨੇ। ਬਟ ਜਿਹੜੀਆਂ ਮੁੱਖ ਨੇ ਮੇਨਲੀ ਆਮ ਯੂਜ਼ ਹੁੰਦੀਆਂ ਨੇ ਉਹ ਕਿ ਲੈਨ ਤੇ ਇੱਕ ਬੈਨ ਹੈ, ਆਮ ਦੇਖੇ ਜਾਂਦੇ ਨੇ, ਪਾਈਆਂ ਜਾਂਦੀਆਂ ਨੇ। ਪੈਨ ਤਾਂ ਤੁਸੀਂ ਦੇਖਦੇ ਹੋ ਪਰਸਨਲ ਨੈਟਵਰਕ, ਜਿਵੇਂ ਤੁਸੀਂ ਬਲੂਟੁੱਥ ਰਾਹੀਂ ਕੋਈ ਡਾਟਾ ਸ਼ੇਅਰ ਕਰ ਰਹੇ ਹੋ, ਪੈਨ ਦਾ ਕੰਮ ਹੈਗਾ। ਇੱਕ ਪਰਸਨਲ ਦੇ ਤੁਸੀਂ ਇੱਕ ਏਰੀਆ ਬਣਾਇਆ, ਨੈਟਵਰਕ ਬਣਾਇਆ, ਕਿਉਂਕਿ ਤੁਹਾਡੇ ਵਿਚਕਾਰ ਹੀ ਆ ਉਹ। ਬਲੂਟੁੱਥ ਰਾਹੀਂ ਲਾ ਲਓ ਜਾਂ ਇਹ, ਠੀਕ ਹੈ ਜੀ, ਕੋਈ ਸ਼ੇਅਰ ਇਟ ਕਰ ਰਹੇ ਹੋ, ਕੁਝ ਵੀ ਕਰ ਰਹੇ ਹੋ ਤੁਸੀਂ, ਇੱਕ ਸੀਮਿਤ ਏਰੀਆ ਮਤਲਬ ਆਪਣੇ ਨਿੱਜੀ ਕੰਮ ਦੇ ਲਈ ਇੱਕ ਏਰੀਆ ਨੈਟਵਰਕ ਬਣਾਏਗਾ, ਉਹਨੂੰ ਬੋਲਦੇ ਆਪਾਂ ਪਰਸਨਲ ਏਰੀਆ ਨੈਟਵਰਕ। ਮੈਨ ਹੁੰਦਾ ਮੈਟਰੋਪੋਲੀਟਨ ਏਰੀਆ ਨੈਟਵਰਕ, ਜਿਹੜਾ ਇੱਕ ਸ਼ਹਿਰ ਦਾ ਦੂਜੇ ਸ਼ਹਿਰਾਂ ਨਾਲ ਆਪਾਂ ਕਨੈਕਸ਼ਨ ਜੋੜ ਦੇਣਾ, ਉਹਨਾਂ ਦੇ ਵਿੱਚ ਕੀ ਸੰਸਥਾ ਦੇ ਵਿੱਚ, ਠੀਕ ਹੈ, ਆਪਸ ਵਿੱਚ ਆਪਾਂ ਡਾਟਾ ਸ਼ੇਅਰ ਕਰਦੇ ਨੂੰ ਬੋਲਦੇ ਹਾਂ ਮੈਨ। ਹੁਣ ਆਪਾਂ ਲੈਣ, ਇਹ ਇੱਕ ਬਿਲਡਿੰਗ ਦੇ ਵਿੱਚ ਹੋ ਸਕਦਾ ਜੀ, ਇੱਕ ਕਮਰੇ ਦੇ ਵਿੱਚ ਵੀ ਹੋ ਸਕਦਾ ਹੈ। ਜਦੋਂ 2 ਕੰਪਿਊਟਰ ਆਪਸ ਵਿੱਚ ਕੰਮ ਕਰ ਰਹੇ ਨੇ, ਇੱਕ ਲੈਣ ਦਾ ਨੈਟਵਰਕ ਬਣ ਜਾਂਦਾ। ਜਦੋਂ 2 ਕੰਪਿਊਟਰ ਮੰਨ ਲਓ ਆਪਸ ਵਿੱਚ ਡਾਟਾ ਸ਼ੇਅਰ ਕਰ ਰਹੇ ਨੇਗੇ, ਇੱਕ ਕਮਰੇ ਵਿੱਚ ਕਰ ਸਕਦੇ ਨੇ, ਇੱਕ ਆਫਿਸ ਦੇ ਵਿੱਚ ਕਰ ਸਕਦੇ ਨੇ, ਇੱਕ ਬਿਲਡਿੰਗ ਦੇ ਵਿੱਚ ਕਰ ਸਕਦੇ ਨੇ, ਉਹ ਕਿ ਇੱਕ ਲੈਣ
ਇਸੇ ਕਰਕੇ ਤੁਹਾਨੂੰ ਲੈਣ ਆਮ ਮਿਲਦਾ ਗਾ, ਠੀਕ ਹੈ ਜੀ। ਨੈਟਵਰਕ, ਲੋਕਲ ਏਰੀਆ ਨੈਟਵਰਕ ਉਹ ਨੈਟਵਰਕ ਹੈ ਜੋ ਕੰਪਿਊਟਰ ਦੇ ਡਿਵਾਈਸ ਨੂੰ ਸੀਮਿਤ ਭੂਗੋਲਿਕ ਖੇਤਰ ਵਿੱਚ ਜੋੜਦਾ ਹੈ, ਜਿਵੇਂ ਕਿ ਘਰ ਵੀ ਜੋੜ ਸਕਦਾ ਹੈ। ਜਿਵੇਂ ਇੱਕ ਤੁਹਾਡਾ ਭਰਾ ਉਧਰਲੇ ਰੂਮ 'ਚ ਬੈਠਾ ਹੈਗਾ, ਤੁਸੀਂ ਇੱਧਰਲੇ ਰੂਮ 'ਚ ਬੈਠੇ ਹੋ, ਆਪਸ ਵਿੱਚ ਡਾਟਾ ਸ਼ੇਅਰ ਕਰ ਰਹੇ ਹੋ, ਇੱਕ ਲੈਨ ਦੀ ਤਰ੍ਹਾਂ ਕੰਮ ਕਰ ਰਹੇ ਹੋ। ਕੰਪਿਊਟਰ ਲੈਬਸ ਹੋ ਗਈਆਂ, ਤੁਸੀਂ ਦੱਸਿਆ ਇੱਕ ਲੈਬ ਹੈ ਜਿਵੇਂ ਆਪਣੇ ਇੱਕ ਲੈਨ ਦੀ ਤਰ੍ਹਾਂ ਕੰਮ ਕਰ ਰਹੀ ਹੈ। ਦਫ਼ਤਰ ਦੀ ਇਮਾਰਤ ਹੋ ਸਕਦੀ ਹੈ, ਕਿਸੇ ਛੋਟੀ ਛੋਟੀ ਜਗ੍ਹਾ ਤੇ ਆਪਸ ਵਿੱਚ ਬਿਲਡਿੰਗਾਂ ਦੇ ਨਾਲ ਨਾਲ ਉੱਥੇ ਵੀ ਇੱਕ ਇਮਾਰਤਾਂ ਸਮੂਹ ਹੈ, ਜਿਵੇਂ ਕਾਲਜ ਦੇ ਵਿੱਚ ਲਾ ਸਕਦੇ ਹੋ ਤੁਸੀਂ, ਠੀਕ ਹੈ। ਆਮ ਤੌਰ ਤੇ ਲੋਕਲ ਏਰੀਆ ਨੈਟਵਰਕ ਇਹ ਬਹੁਤ ਤੇਜ਼ੀ ਗਤੀ ਪੇਸ਼ ਕਰਦਾ ਹੈ। ਤੁਹਾਨੂੰ ਪਤਾ ਜਿੰਨੇ ਆਪਾਂ ਸੀਮਿਤ ਏਰੀਆ ਦੇ ਵਿੱਚ ਆ ਉੱਥੇ ਆਪਣਾ ਕੀ ਡਾਟਾ ਟ੍ਰਾਂਸਫਰ ਵੀ ਕੀ ਹੋਊਗਾ, ਜਲਦੀ ਹੋਊਗਾ। ਤੇ ਸਕੈਨਰ ਵਗੈਰਾ ਆਪਾਂ ਪ੍ਰਿੰਟਰ ਕੀ ਹੈ ਇਹਨਾਂ ਨੂੰ ਜੋੜਨ ਦੇ ਲਈ ਆਪਾਂ ਈਜ਼ੀਲੀ ਵਰਤਦੇ ਹਾਂ, ਕਿਉਂਕਿ ਆਪਾਂ ਇੱਕ ਹੀ ਸਾਂਝੇ ਜਗ੍ਹਾ ਤੇ ਬੈਠ ਕੇ ਕੀ ਇਹਨੂੰ ਡਾਟਾ ਕੀ ਐਕਸੈਸ ਕਰ ਸਕਦੇ ਹਾਂ, ਪ੍ਰਾਪਤ ਕਰ ਸਕਦੇ ਹਾਂ। ਕੋਈ ਵੀ ਪ੍ਰਿੰਟਰ ਕੀ ਹੈ ਹਾਰਡਵੇਅਰ ਕੀ ਹੈ ਸਾਂਝਾ ਕਰ ਸਕਦੇ। ਵਾਈਡ ਏਰੀਆ ਨੈਟਵਰਕ ਕੀ ਹੁੰਦਾ ਜੀ? ਵਾਈਡ ਏਰੀਆ ਨੈਟਵਰਕ ਉਹ ਹੈ ਜੋ ਵੱਡੇ ਖੇਤਰ ਨੂੰ ਕੀ ਕਰਦਾ ਜੀ, ਕਵਰ ਕਰਦਾ, ਠੀਕ ਹੈ। ਇਹ ਸੀਮਿਤ ਖੇਤਰ ਨੂੰ ਕਰਦਾ ਸੀ ਜੀ, ਜੋੜਦਾ ਸੀ, ਇਹ ਵੱਡੇ ਖੇਤਰ ਨੂੰ ਜੋੜਦਾ ਹੈ। ਮਤਲਬ ਕਿ ਕੋਈ ਵੀ ਨੈਟਵਰਕ ਜੋ ਮਹਾਨਗਰ, ਖੇਤਰੀ ਜਾਂ ਕੌਮੀ ਸੀਮਾ ਨੂੰ ਜੋੜਦਾ ਹੈ। ਜਿਵੇਂ ਇੰਟਰਨੈਸ਼ਨਲ, ਜਿਵੇਂ ਇੱਕ ਕੰਟਰੀ ਹੈ ਦੂਜੀ ਕੰਟਰੀ ਨਾਲ, ਦੂਜੀ ਕੰਟਰੀ ਅਗਲੇ ਤੀਜੀ ਕੰਟਰੀ ਨਾਲ। ਤੁਹਾਨੂੰ ਪਤਾ ਜਿਹੜੀ ਇੰਟਰਨੈਟ ਐਕਸੈਸ ਹੋ ਰਿਹਾ ਇਹ ਸਮੁੰਦਰ ਰਾਹੀਂ ਕੇਬਲਾਂ ਪਾਈਆਂ ਹੋਈਆਂ ਪੁੱਤਰ, ਠੀਕ ਹੈ। ਸਮੁੰਦਰ ਦੇ ਜ਼ਰੀਏ ਕੀ ਹੈ ਬਹੁਤ ਮੋਟੀ ਮੋਟੀ ਜਿਹੜੀਆਂ ਫਾਈਬਰ ਓਪਟੀਕਲ ਕੇਬਲ ਨੇ ਜੁੜੀਆਂ ਗਈਆਂ ਨੇ ਆਪਸ ਵਿੱਚ ਸਮੁੰਦਰ ਦੇ ਵਿੱਚ, ਜਿਸ ਦੇ ਰਾਹੀਂ ਆਪਾਂ ਕੀ ਡਾਟਾ ਐਕਸੈਸ ਕਰ ਰਹੇ ਹਾਂਗੇ। ਸਭ ਤੋਂ ਪ੍ਰਸਿੱਧ ਜਿਹੜਾ ਬੈਂਡ ਦੀ ਉਦਾਹਰਨ ਹੈ ਇੰਟਰਨੈਟ। ਤੁਹਾਨੂੰ ਪਤਾ ਇੰਟਰਨੈਟ ਦੇ ਜ਼ਰੀਏ ਆਪਾਂ ਇੱਕ ਕੰਟਰੀ ਨਾਲ ਕਿ ਦੂਜੀ ਕੰਟਰੀ ਦੇ ਵਿੱਚ ਜਾ ਕੇ ਡਾਟਾ ਆਪਾਂ ਐਕਸੈਸ ਕਰਦੇ ਹਾਂ, ਪ੍ਰਾਪਤ ਕਰਦੇ ਹਾਂ। ਜਿਵੇਂ ਆਹ ਦੇਖੋ ਤੁਸੀਂ ਜ਼ੂਮ ਐਪ ਹੈਗਾ, ਤੁਸੀਂ ਇੱਥੇ ਬੈਠੇ ਹੋ, ਮੈਂ ਉੱਥੇ ਬੈਠਾ, ਆਪਾਂ ਜੁੜੇ ਹੋਏ ਹਾਂ ਇੱਕ ਨੈਟਵਰਕਿੰਗ ਸਿਸਟਮ ਦੇ ਤਰ੍ਹਾਂ, ਠੀਕ ਹੈ ਜੀ। ਇਹ ਜ਼ਰੀਏ ਕਿਹਦੇ ਰਾਹੀਂ ਜੁੜੇ ਹੋਏ ਆਪਾਂ ਇੱਕ ਇੰਟਰਨੈਟ ਨਾਲ। ਇਹ ਜਿਹੜਾ ਆਪਾਂ ਡਾਟਾ ਜਾ ਕੇ ਸਟੋਰ ਹੁੰਦਾ ਕਿਸੇ ਨਾ ਕਿਸੇ ਸਰਵਰ ਤੇ ਸਟੋਰ ਹੁੰਦਾ ਗਾ, ਠੀਕ ਹੈ। ਇਹ ਵਪਾਰ, ਸਰਕਾਰ, ਗੈਰ ਮੁਨਾਫਾ ਸੰਗਠਨ ਮਤਲਬ ਨੋਨ ਪ੍ਰੋਫਿਟ ਕੀ ਆਪਣੇ ਆਰਗੇਨਾਈਜੇਸ਼ਨ ਹੋ ਸਕਦੇ ਨੇ, ਵਿਅਕਤੀਗਤ ਖਪਤਕਾਰ ਜਿਵੇਂ ਬਿਜ਼ਨਸਮੈਨ ਵਾਸਤੇ ਹੋ ਸਕਦਾ ਹੈ, ਮਨੋਰੰਜਨ ਕਲਾਕਾਰ ਵਾਸਤੇ ਹੋ ਸਕਦੇ ਨੇ, ਕਿਸੇ ਦੁਆਰਾ ਵਰਤਿਆ ਜਾ ਸਕਦਾ। ਹੁਣ ਆ ਗਿਆ ਜੀ ਇੰਟਰਨੈਟ ਕੀ ਹੁੰਦਾ ਹੈ। ਇੰਟਰਨੈਟ ਕੀ ਹੈ? ਇੱਕ ਆਪਸ ਵਿੱਚ ਜੁੜੇ ਹੋਏ ਕੰਪਿਊਟਰ ਨੈਟਵਰਕਾਂ ਦਾ ਕੀ ਹੈ ਵਿਸ਼ਵ ਵਿਆਪੀ ਸਿਸਟਮ ਹੈ। ਨੈਟਵਰਕ ਆਫ ਨੈਟਵਰਕ ਨੂੰ ਕੀ ਬੋਲਦੇ ਆਪਾਂ ਇੱਕ ਤਰ੍ਹਾਂ ਦਾ ਇੰਟਰਨੈਟ, ਠੀਕ ਹੈ। ਠੀਕ ਹੈ, ਨੈਟਵਰਕਾਂ ਦੇ ਸਮੂਹ ਨੂੰ ਕੀ ਬੋਲਦੇ ਆਪਾਂ ਜੀ ਇੱਕ ਇੰਟਰਨੈਟ ਆ, ਜਿਵੇਂ ਵਿਸ਼ਵ ਵਿਆਪੀ ਸਿਸਟਮ ਬੋਲਦੇ ਨੇ। ਜਿਵੇਂ ਇੱਕ ਇੱਥੇ ਦਾ ਨੈਟਵਰਕ ਬਣਾਇਆ ਆਪਣੇ ਪੰਜਾਬ ਦਾ, ਇੱਕ ਵੱਖ-ਵੱਖ ਸਟੇਟਾਂ ਦਾ ਨੈਟਵਰਕ ਜੁੜ ਕੇ ਕੀ ਬਣ ਗਿਆ, ਇੱਕ ਕੰਟਰੀ ਦਾ ਨੈਟਵਰਕ ਬਣ ਗਿਆ। ਕੰਟਰੀ ਦਾ ਨੈਟਵਰਕ ਵੱਖ-ਵੱਖ ਜੁੜ ਕੇ ਕੀ ਬਣ ਗਿਆ, ਇੱਕ ਵਿਸ਼ਵ ਵਿਆਪੀ ਸਿਸਟਮ, ਜਿਹਨੂੰ ਬੋਲਦੇ ਆਪਾਂ ਸੰਸਾਰ ਸਿਸਟਮ ਵਰਲਡ, ਠੀਕ ਹੈ ਨਾ। ਜੋ ਕਿ ਦੁਨੀਆ ਭਰ ਦੇ ਅਰਬਾਂ ਯੂਜ਼ਰ ਨੂੰ ਸੇਵਾ ਦੇਣ ਲਈ, ਮੰਨ ਲਓ ਤੁਹਾਨੂੰ ਪਤਾ ਇੱਕ ਇੱਥੇ ਇਕੱਲਾ ਮੈਂ ਹੀ ਨਹੀਂ ਗਿਆ ਇੰਟਰਨੈਟ ਚਲਾਉਂਦਾ ਜਾਂ ਤੁਸੀਂ ਨਹੀਂ ਚਲਾ ਰਹੇ, ਇੱਥੇ ਅਰਬਾਂ ਯੂਜ਼ਰ ਚਲਾ ਰਹੇ ਨੇ, ਠੀਕ ਹੈ। ਜਿਹੜੇ ਯੂਜ਼ ਕਰਦੇ ਨੇ ਉਹਨੂੰ ਆਪਾਂ ਬੋਲਦੇ ਹਾਂ ਯੂਜ਼ਰ, ਐਂਡ ਯੂਜ਼ਰ ਬੋਲਦੇ ਆਪਾਂ, ਠੀਕ ਹੈ। ਟੈਕਨੀਕਲ ਦੇ ਵਿੱਚ ਵੀ ਬੋਲਦੇ ਆਪਾਂ ਐਂਡ ਯੂਜ਼ਰ, ਜਿਹੜੇ ਕਿ ਉਸ ਜਗ੍ਹਾ ਤੇ ਜਾ ਕੇ ਲਾਸਟ ਤੇ ਆ ਕੇ ਇਹਨੂੰ ਯੂਜ਼ ਕਰਦੇ ਐਂਡ ਤੇ ਆ ਕੇ, ਠੀਕ ਹੈ। ਸੇਵਾ ਦੇਣ ਲਈ ਸਟੈਂਡਰਡ ਇੰਟਰਨੈਟ ਪ੍ਰੋਟੋਕੋਲ ਨੂੰ ਕੀ ਆਪਾਂ ਵਰਤਦਾ, ਤੁਹਾਨੂੰ ਪਤਾ ਪ੍ਰੋਟੋਕੋਲ ਯੂਜ਼ ਹੁੰਦਾ HTTPS ਯੂਜ਼ ਹੁੰਦਾ ਪ੍ਰੋਟੋਕੋਲ, ਠੀਕ ਹੈ। ਇੰਟਰਨੈਟ ਚਲਾਉਣਾ ਜਦੋਂ ਆਪਾਂ, ਇਹ ਨੈਟਵਰਕਾਂ ਦਾ ਨੈਟਵਰਕ ਹੈ ਜਿਸ ਵਿੱਚ ਲੱਖਾਂ ਪ੍ਰਾਈਵੇਟ, ਪਬਲਿਕ, ਬਿਜ਼ਨਸਮੈਨ ਕੀ ਬਹੁਤ ਸਾਰੇ ਨੈਟਵਰਕ ਹੀ ਨਹੀਂ ਸ਼ਾਮਿਲ, ਐ ਨਹੀਂ ਇਕੱਲਾ ਪ੍ਰਾਈਵੇਟ ਨੈਟਵਰਕ ਸ਼ਾਮਿਲ ਹੈ, ਸਰਕਾਰੀ ਵੀ ਨੇ, ਬਿਜ਼ਨਸਮੈਨ ਵਾਲੇ ਵੀ ਨੇ, ਕੋਈ ਪੜ੍ਹਾਈ ਵਾਲੇ ਵੀ ਨੇ, ਅਕੈਡਮਿਕ ਵੀ ਨੇ। ਤਾਂ ਇੰਟਰਨੈਟ ਆਧੁਨਿਕ ਸਮੇਂ ਦੀ ਸਭ ਤੋਂ ਵੱਡੀ ਵਰਤੀ ਜਾਣ ਵਾਲੀ ਕੀ ਟੈਕਨੋਲੋਜੀ ਹੈ, ਜਿਵੇਂ ਅੱਜ ਦੀ ਮਾਡਰਨ ਟੈਕਨੋਲੋਜੀ ਹੈ, ਤੁਹਾਨੂੰ ਪਤਾ ਹੈਗਾ। ਇਸ ਦੇ ਵਗੈਰਾ ਅੱਜ ਕੱਲ੍ਹ ਰਹਿੰਦਾ ਨਹੀਂ ਕੋਈ। ਪਹਿਲਾਂ ਆਪਣੇ ਕੋਲ ਸੀ 1 GB ਡਾਟਾ, ਹੁਣ ਆਪਣੇ ਕੋਲ 2 GB ਡਾਟਾ ਵੀ ਕੀ ਹੈ ਇੱਕ ਦਿਨ ਦੇ ਵਿੱਚ ਆਪਾਂ ਖਤਮ ਕਰ ਦਾਂਗੇ, ਇੱਕ ਦਿਨ ਦੇ ਵਿੱਚ, ਦੇਖੋ ਤੁਸੀਂ, ਠੀਕ ਹੈ। ਪਹਿਲਾਂ ਕੀ ਸੀ, ਆਪਣੇ 1 GB ਡਾਟਾ ਵੀ ਆਪਾਂ ਮਹੀਨੇ ਦੇ ਵਿੱਚ ਯੂਜ਼ ਕਰ ਲੈਂਦੇ ਸੀ। ਹੁਣ ਆਪਣੇ ਕੋਲ ਸਪੀਡ ਹੀ ਇੰਨੀ ਜ਼ਿਆਦਾ ਹੈ ਉਸ ਚੀਜ਼ ਦੀ ਐਕਸੈਸ ਕਰਨ ਦੀ ਡਾਟਾ। ਤਾਂ ਜੋ ਸਾਡੀ ਰੋਜ਼ਾਨਾ ਨਿੱਜੀ ਪੇਸ਼ੇਵਰ ਮਤਲਬ ਬਿਜ਼ਨਸਮੈਨ ਜਿਹੜਾ ਕਰਦਾ ਜ਼ਿੰਦਗੀ ਵਿੱਚ ਮਦਦ ਕਰਦੀ ਹੈਗੀ। ਇੰਟਰਨੈਟ ਦੀ ਵਰਤੋਂ ਵਿਆਪਕ ਤੌਰ ਤੇ ਵਿਦਿਆਰਥੀਆਂ ਵਾਸਤੇ, ਵਿਦਿਅਕ ਅਦਾਰਿਆਂ ਵਾਸਤੇ, ਇਹਨਾਂ ਦੁਆਰਾ ਆਮ ਜਾਣਕਾਰੀ ਖੋਜ ਕਰਨ ਲਈ ਕੀ ਆਪਾਂ ਵਰਤਦੇ ਹਾਂ। ਤੁਹਾਨੂੰ ਪਤਾ ਗੂਗਲ ਤੇ ਆਪਾਂ ਸਰਚ ਮਾਰਦੇ ਰਹਿੰਦੇ ਹਾਂ, ਠੀਕ ਹੈ, ਕੋਈ ਜਾਣਕਾਰੀ ਲੱਭਦੇ ਹਾਂ, ਖੋਜ ਕਰਨੇ ਆ, ਸਾਇੰਟਿਸਟ ਕੀ ਹੈ ਇਸ ਦੀ ਵਰਤੋਂ ਲੈਂਦੇ ਨੇ। ਵਪਾਰ ਇੰਟਰਨੈਟ ਦੀ ਬਹੁਤ ਵਰਤੋਂ ਗੁੰਝਲਦਾਰ ਡਾਟਾਬੇਸ ਜਿਵੇਂ ਫਾਈਨੈਂਸ਼ੀਅਲ ਡਾਟੇ ਨੂੰ ਐਕਸੈਸ ਕਰਦੇ ਨੇ, ਠੀਕ ਹੈ ਜੀ। ਬੈਂਕਿੰਗ ਦੇ ਵਿੱਚ ਯੂਜ਼ ਕਰਦੇ ਹਾਂ ਆਪਾਂ, ਕਿੱਥੇ ਨਹੀਂ ਯੂਜ਼ ਹੁੰਦਾ ਮੈਨੂੰ ਐਸੋ ਇੱਕ ਤਰ੍ਹਾਂ ਦਾ ਇੰਟਰਨੈਟ, ਠੀਕ ਹੈ। ਆਮ ਤੌਰ ਤੇ 99% ਕੀ ਹੈ ਇੰਟਰਨੈਟ ਦੀ ਵਰਤੋਂ ਜਿਹੜਾ ਕਿ ਕਰਦਾ ਹਰ ਇੱਕ ਬੰਦਾ। ਅੱਜ ਕੱਲ੍ਹ ਦੇ ਟੈਕਨੋਲੋਜੀ ਤੁਹਾਨੂੰ ਪਤਾ ਹੈਗਾ, ਜਿਹੜੇ ਬੱਚੇ ਛੋਟੇ ਨੇ, ਬੇਬੀ ਨੇ, ਉਹ ਵੀ ਇਹੀ ਮੋਬਾਈਲ ਤੇ ਬਹੁਤ ਕੁਝ ਕੀ ਹੈ ਐਕਸੈਸ ਕਰ ਲੈਂਦੇ ਨੇ। ਉਹਨਾਂ ਨੂੰ YouTube ਦਿਓ, ਮੁੜ ਕੇ ਕੋਈ ਪੋਇਮਾ ਚਲਾਉਂਦਾ, ਕੋਈ ਕੁਛ ਚਲਾਉਂਦਾ। ਜਾਂ ਟੈਕਨੋਲੋਜੀ ਸਾਹ ਦੇਖੋ ਤੁਸੀਂ, ਬੱਚੇ ਐਡਵਾਂਸ ਨੇ,
ਤਾਂ ਤੁਹਾਨੂੰ ਪਤਾ ਹੈ ਨੈਕਸਟ ਟਾਈਮ ਕਿ 5G ਟੈਕਨੋਲੋਜੀ ਵੀ ਆ ਰਹੀ ਹੈਗੀ, ਇਹ 4G ਟੈਕਨੋਲੋਜੀ ਇਸ ਤੋਂ ਅਪ ਵੀ ਆ ਰਹੀ ਹੈ। LTE ਜਿਹਦੀ ਮਤਲਬ ਲਾਈਟ ਟੈਕਨੋਲੋਜੀ ਕੀ ਬੱਲਬ ਦੀ ਤਰ੍ਹਾਂ ਤੁਹਾਨੂੰ ਜਿੱਥੇ ਬੱਲਬ ਵਾਂਗੂ ਚੱਲਿਆ ਉੱਥੇ ਲਾਈਟ ਦੀ ਤਰ੍ਹਾਂ ਡਾਟਾ ਕੀ ਐਕਸੈਸ ਕਰ ਸਕਦੇ ਆ। ਉਸ ਤੋਂ ਬਾਅਦ ਆ ਗਈ WWW ਵਰਲਡ ਵਾਈਡ ਵੈਬ। ਇੱਕ 4 ਹੋਰ ਵੀ ਹੁੰਦੇ ਨੇ, ਇੱਕ ਇੱਥੇ W ਇੱਕ ਹੋਰ ਹੁੰਦੀ ਆ, ਉਹਦਾ ਪੂਰਾ ਨਾਮ ਦਾ ਵਰਲਡ ਵਾਈਡ ਵੈਬ ਵਰਮ, WORM ਵਰਮ, ਠੀਕ ਹੈ, ਜਿਹਨੂੰ ਆਪਾਂ ਬੋਲਦੇ ਨੇ ਕੀੜਾ ਪੰਜਾਬੀ 'ਚ ਵਰਮ, ਠੀਕ ਹੈ। ਤਾਂ ਆਪਾਂ ਗੱਲ ਕਰਾਂਗੇ ਜੀ ਵਰਲਡ ਵਾਈਡ ਵੈਬ ਦੀ। ਇਹ ਮੈਨੂੰ ਕੁਐਸਚਨ ਆਇਆ ਸੀ, ਮੈਂ ਟੈਸਟ ਦੇਣ ਗਿਆ ਸੀ, ਮੇ ਵੀ ਧਿਆਨ 'ਚ ਨਹੀਂ, ਕੋਈ ਇੰਸਪੈਕਟਰ ਟਾਈਪ ਦਾ, ਤਾਂ ਉੱਥੇ ਇੱਕ WW4 ਟਾਈਪ ਆ ਰੱਖਿਆ ਸੀ, ਮੈਂ ਪੜ੍ਹਿਆ ਨਹੀਂ ਸੀ ਫਸਟ ਟਾਈਮ, ਮੈਂ ਉਸ ਤੋਂ ਬਾਅਦ ਆ ਕੇ ਸਰਚ ਮਾਰਿਆ ਤਾਂ ਮੈਨੂੰ ਪਤਾ ਲੱਗਿਆ ਸੀ ਇੱਕ ਵਰਮ। ਤਾਂ ਵਰਲਡ ਵਾਈਡ ਵੈਬ ਕੀ ਹੈ, ਛੋਟਾ ਨਾਮ ਹੈ WW, ਜਾਂ ਆਪਾਂ W ਦਾ 3 ਲਾਤਾ, ਠੀਕ ਹੈ, ਕਿਉਂਕਿ ਪਤਾ ਆਪਾਂ ਨੂੰ 3 W ਨੇ, ਇਸ ਕਰਕੇ 3 ਨਾਲ ਲਗਾਤਾ। ਆਮ ਤੌਰ ਤੇ ਵੈਬ ਵਜੋਂ ਜਾਣਿਆ ਜਾਂਦਾ ਹੈ। ਆਪਸ ਵਿੱਚ ਜੁੜੇ ਜਿਹੜੇ ਇੰਟਰਲਿੰਕਡ ਨੇ ਹਾਈਪਰ ਟੈਕਸਟ ਡਾਕੂਮੈਂਟ ਨੇ, ਮੰਨ ਲਓ ਕਿਵੇਂ ਇੱਕ ਤੁਸੀਂ ਵੈਬਸਾਈਟ ਖੋਲਦੇ ਹੋ ਮਤਲਬ, ਤਾਂ ਉੱਥੇ ਆਪਸ ਵਿੱਚ ਕੀ ਲਿੰਕਸ ਕੀਤੇ ਹੁੰਦੇ ਨੇ, ਆਪਸ ਹਾਈਪਰ ਲਿੰਕ, ਆਪਾਂ ਇੱਕ ਤੇ ਕਲਿੱਕ ਕਰਦੇ ਹਾਂ ਦੂਸਰਾ ਖੁੱਲ੍ਹ ਜਾਂਦਾ, ਦੂਸਰੇ ਤੇ ਕਲਿੱਕ ਕਰਦੇ ਹਾਂ ਤੀਸਰਾ ਖੁੱਲ੍ਹ ਜਾਂਦਾ। ਜਿਵੇਂ ਆਪਾਂ ਫੋਨ ਤੇ ਕੋਈ ਚੀਜ਼ ਸਰਚ ਮਾਰਦੇ ਹਾਂ, ਕੁਝ ਕੁ ਲਿੰਕਸ ਕੀ ਨੇ ਆਪਣੇ ਆਪ ਹੀ ਖੁੱਲੀ ਜਾਂਦੇ ਰਹਿੰਦੇ ਨੇ, ਠੀਕ ਹੈ। ਤਾਂ ਇੱਕ ਇਹ ਸਿਸਟਮ ਹੈਗਾ ਡਾਕੂਮੈਂਟਸ ਨੂੰ ਲਿੰਕਿੰਗ, ਹਾਈਪਰ ਲਿੰਕ ਦਾ। ਹਾਈਪਰ ਲਿੰਕ ਹੀ ਇਹ ਚੀਜ਼ ਹੈ, ਇੱਕ ਤੱਤ ਹੈ ਜਿਹੜਾ ਕਿ ਇੱਕ ਵੈਬ ਪੇਜ ਦਾ ਦੂਜੇ ਵੈਬ ਪੇਜ ਨਾਲ ਕਿ ਲਿੰਕ ਜੋੜਨ ਦੇ ਵਿੱਚ ਕੀ ਕੰਮ ਕਰਦਾ, ਜੋ ਕਿ ਇੰਟਰਨੈਟ ਦੇ ਦੁਆਰਾ ਵਰਤਿਆ ਜਾਂਦਾ। ਤੁਹਾਨੂੰ ਪਤਾ ਇੰਟਰਨੈਟ ਦੇ ਨਾਲ ਹੀ ਖੁੱਲਣਗੇ, ਆਪਦੇ ਆਪ ਲਿੰਕ ਤਾਂ ਖੁੱਲਦੇ ਨੇ, ਉੱਥੇ ਲਿਖਣਾ ਨੋ ਇੰਟਰਨੈਟ ਐਕਸੈਸ, ਠੀਕ ਹੈ। ਜਾਂ ਤੁਸੀਂ ਇੱਕ ਗੇਮ ਜੀ ਚੱਲਦੀ ਹੁੰਦੀ ਹੈਗੀ ਜੰਪਿੰਗ ਜੀ ਵਾਲੀ, ਠੀਕ ਹੈ, ਉਹ ਦੇਖ ਲੈਣੇ ਤੁਸੀਂ ਜੇ ਨਾ ਚੱਲਦਾ ਹੋਵੇ ਇੰਟਰਨੈਟ, ਬਟ ਤੁਹਾਨੂੰ ਪਤਾ ਹੈ ਇੰਟਰਨੈਟ ਦੇ ਜ਼ਰੀਏ ਹੀ ਆਪਾਂ ਐਕਸੈਸ ਕਰ ਸਕਦੇ, ਠੀਕ ਹੈ। ਇੱਕ ਇੰਟਰਨੈਟ ਤੁਹਾਡੇ ਕੋਲ ਹੈਗਾ ਹੈ, ਤੁਹਾਨੂੰ ਉਸ ਦੇ ਲਈ ਐਕਸੈਸ ਕਰਨ ਦੇ ਲਈ ਵੀ ਤੁਹਾਨੂੰ ਇੱਕ ਕਿਸੇ ਚੀਜ਼ ਦੀ ਲੋੜ ਪਊਗੀ। ਤਾਂ ਇੱਕ ਵੈਬ ਬਰਾਊਜ਼ਰ ਹੁੰਦਾ ਪਤਾ, ਜਿਹੜਾ ਵਿਅਕਤੀ ਨੂੰ ਵੈਬ ਪੇਜ ਦੇਖਣ ਦੇ ਲਈ ਕੀ ਕਰਦਾ ਜੀ, ਮਦਦ ਕਰਦਾ, ਠੀਕ ਹੈ, ਮੁਹੱਈਆ ਕਰਵਾਉਂਦਾ ਵੈਬ ਪੇਜ ਐਕਸੈਸ ਕਰਨਾ ਤੁਸੀਂ ਇੰਟਰਨੈਟ ਦੇ ਜ਼ਰੀਏ ਕੁਝ ਵੀ, ਤਾਂ ਇੱਕ ਵੈਬ ਬਰਾਊਜ਼ਰ ਦੇ ਰਾਹੀਂ ਹੀ ਕਰੋਗੇ ਜੀ ਐਕਸੈਸ ਕਰੋਗੇ। ਇਹ ਨਾ ਹੀ ਤੁਹਾਨੂੰ ਪਤਾ ਲੱਗ ਜੂਗਾ, ਦੋ ਵਰਡ ਨੇ ਵੈਬ ਤੇ ਬਰਾਊਜ਼ਰ। ਵੈਬ ਦਾ ਮਤਲਬ ਕਿ ਇੰਟਰਨੈਟ ਦੇ ਜ਼ਰੀਏ, ਠੀਕ ਹੈ, ਬਰਾਊਜ਼ ਮਤਲਬ ਉੱਥੋਂ ਕੋਈ ਚੀਜ਼ ਲੱਭਣਾ, ਬਰਾਊਜ਼। ਤੁਸੀਂ ਆਮ ਕੋਈ ਮੰਨ ਲਓ ਐਂਡਰਾਇਡ ਫੋਨ ਨੇ, ਤੁਸੀਂ ਅਪਲੋਡ ਕਰਦੇ ਕੋਈ ਫੋਟੋ ਲਗਾ ਲਓ, ਤਾਂ ਉੱਥੇ ਲਿਖਿਆ ਦਾ ਬਰਾਊਜ਼ ਫਾਈਲਾਂ, ਉੱਪਰ ਲਿਖਿਆ ਦਾ ਬਰਾਊਜ਼, ਤਾਂ ਬਰਾਊਜ਼ ਕਰਦੇ ਹਾਂ ਆਪਾਂ ਕਿਸੇ ਜਿੱਥੋਂ ਡਾਟਾ ਆ ਕੇ ਆਪਾਂ ਆਪਣੀ ਫੋਟੋ ਹੈ ਉਹਨੂੰ ਅਪਲੋਡ ਕਰਨਾ। ਤਾਂ ਇੱਥੇ ਵੈਬ ਬਰਾਊਜ਼ਰ ਮਤਲਬ ਵੈਬ ਤੋਂ ਕੋਈ ਚੀਜ਼ ਆਪਾਂ ਨੇ ਲੱਭਣੀ ਦੇ ਨਾਲ ਕਿ ਵਿਅਕਤੀ ਵੈਬ ਪੇਜ ਨੂੰ ਕੀ ਦੇਖ ਸਕਦਾ ਹੈ, ਜਿਨ੍ਹਾਂ ਵਿੱਚ ਟੈਕਸਟ ਵੀ ਹੁੰਦੇ ਨੇ। ਤੁਹਾਨੂੰ ਪਤਾ ਇੱਕ ਵੈਬ ਪੇਜ ਦੇ ਟੈਕਸਟ ਮਤਲਬ ਅੱਖਰ ਵੀ ਹੁੰਦੇ ਨੇ, ਉਹਦੇ ਵਿੱਚ ਤਸਵੀਰਾਂ ਵੀ ਹੁੰਦੀਆਂ ਨੇ, ਇਮੇਜਸ, ਵੀਡੀਓ ਵੀ ਹੁੰਦਾ, ਕੁਝ ਹੋਰ ਮਲਟੀਮੀਡੀਆ ਵੀ ਕੀ ਹੁੰਦੇ ਨੇ, ਇਹ 'ਚ ਕੰਟੈਂਟ ਮੌਜੂਦ ਹੁੰਦੇ। ਤੇ ਇਹਨਾਂ ਵਿਚਕਾਰ ਹਾਈਪਰ ਲਿੰਕਸ ਦੁਆਰਾ ਅੱਗੇ ਪਿੱਛੇ ਜਾ ਸਕਦਾ। ਮੰਨ ਲਓ ਮੈਂ ਹੁਣ ਇੱਕ ਕੋਈ ਸਾਈਟ ਖੋਲੀ ਹੈ, ਇੱਕ ਸਕ੍ਰੈਚ ਮਿੰਟ ਕੀ ਹੈ ਜੀ, ਤੁਹਾਨੂੰ ਦਿਖਾ ਰਿਹਾ ਮੈਂ ਇੱਕ ਸਾਈਟ, ਇੱਕ ਇਹ ਜੀ ਸਾਈਟ ਹੈਗੀ, ਇਹਦੇ ਰਾਹੀਂ ਤੁਸੀਂ ਕੁਝ ਵੀ ਪ੍ਰੋਗਰਾਮਿੰਗ, ਠੀਕ ਹੈ, ਕਰ ਸਕਦੇ ਹੋ, ਛੋਟੀ ਬੜੀ। ਤੁਹਾਨੂੰ ਦਿਖਾਉਣਾ ਮੈਂ ਇੱਕ ਸਿੰਪਲ ਸਟਾਰਟ ਕ੍ਰੀਏਟਿੰਗ, ਤੁਸੀਂ ਐਨੀਮੇਸ਼ਨਸ ਕ੍ਰੀਏਟ ਕਰ ਸਕਦੇ ਹੋਗੇ। ਬਹੁਤਾ ਮੈਂ ਸਰਚ ਤਾਂ ਮਾਰਿਆ ਨਹੀਂ, ਬਟ ਜਿੰਨਾ ਕੁ ਆਈ ਨੋ ਇਟ ਅਬਾਊਟ ਦਿਸ, ਠੀਕ ਹੈ। ਇਹ ਵੈਬ ਬਰਾਊਜ਼ਰ ਦੇ ਜ਼ਰੀਏ ਮੈਂ ਖੋਲ ਰਿਹਾ ਕਿ ਸਾਈਟ ਕ੍ਰੀਏਟਿੰਗ ਪ੍ਰੋਜੈਕਟਸ। ਮੰਨ ਲਓ ਇੱਥੇ ਤੁਹਾਨੂੰ ਇੱਕ ਕੈਟ ਦਿਖੂਗੀ ਆਮ, ਠੀਕ ਹੈ ਜੀ, ਮੈਂ ਇਸ ਨੂੰ ਮੂਵ ਕਰਾਉਣਾ ਹੈਗਾ, ਬਸ ਇਹ ਕੀ ਡਰੈਗ ਕਰਕੇ ਲਿਓ, ਬਸ ਮੈਂ ਇਹਨੂੰ ਕਲਿੱਕ ਕਰੂੰਗਾ, ਸਟੈਪ ਮੂਵ ਕਰ ਦਿਓ, ਦੇਖੋ ਇੱਥੇ ਨਜ਼ਰ ਮਾਰੋ ਬਿੱਲੀ ਤੇ, ਠੀਕ ਹੈ, ਮੂਵ ਕਰ ਦੇ। ਸਾਊਂਡ ਦੇਣੀ ਹੈ, ਕੋਈ ਸਾਊਂਡ ਹੈ, ਆਵਾਜ਼ ਵੀ ਦੇਊਗੀ ਇਹ, ਮੈਂ ਇੱਕ ਹੋਰ ਲਗਾਤਾ, ਠੀਕ ਹੈ। ਐਨੀਮੇਸ਼ਨ ਇਸ ਤਰ੍ਹਾਂ ਆਪਾਂ ਕ੍ਰੀਏਟ ਕਰ ਸਕਦੇ ਹਾਂ। ਕੋਈ ਮੋਸ਼ਨ ਹੋਰ ਲਗਾਉਣਾ, ਤੁਸੀਂ ਟਰਨ ਕਰਾਉਣਾ ਲੈਫਟ 15 ਡਿਗਰੀ ਤੇ ਟਰਨ ਕਰ ਦਿਓ, ਠੀਕ ਹੈ। ਇਸ ਤਰ੍ਹਾਂ ਦੀ ਚੀਜ਼ਾਂ ਨੇ ਜਿਹੜੀਆਂ ਆਪਾਂ ਕਿਹਦੇ ਜ਼ਰੀਏ ਖੋਲ ਸਕਦੇ ਹਾਂ, ਇਹ ਵੈਬ ਬਰਾਊਜ਼ਰ ਦੇ ਜ਼ਰੀਏ। ਤੁਹਾਨੂੰ ਪਤਾ ਹੈਗਾ ਇੱਥੇ ਲਿੰਕ ਖੋਲੇ, ਆਪਾਂ ਹੋਰ ਕੁਝ ਖੋਲ ਸਕਦੇ ਨਾਲ, ਬਹੁਤ ਸਾਰੇ ਲਿੰਕਸ ਨੇ ਆਪਣੇ ਲਵੇ। ਕੋਈ ਹੋਰ ਸਾਈਟਾਂ ਖੋਲ ਲਓ ਤੁਸੀਂ, ਉੱਥੇ ਬਹੁਤ ਸਾਰੇ ਕੀ ਨੇ ਹਾਈਪਰ ਲਿੰਕਸ ਅਵੇਲੇਬਲ ਨੇ, ਠੀਕ ਹੈ, ਜਿਨ੍ਹਾਂ ਦੁਆਰਾ ਕਿ ਆਪਾਂ ਅੱਗੇ ਪਿੱਛੇ ਕੀ ਨਾ ਜਾ ਸਕਦੇ ਹਾਂ। ਜੋ ਜਾਣਕਾਰੀ ਵੈਬ ਸਰਵਰ ਉੱਤੇ ਸਟੋਰ ਹੁੰਦੀ ਹੈ, ਮਤਲਬ ਵੈਬ ਸਰਵਰ ਹੈ, ਹੁਣ ਇਹਨਾਂ ਦਾ ਇੱਕ ਸਕ੍ਰੈਚ ਡੋਟ ਸੀ, ਇਹਨਾਂ ਦਾ ਕੀ ਵੈਬ ਸਰਵਰ ਸੀ। ਗੂਗਲ ਵੀ ਇੱਕ ਵੈਬ ਸਰਵਰ ਨੇ, ਜਿੱਥੇ ਡਾਟਾ ਬਹੁਤ ਸਾਰਾ ਸਟੋਰ ਹੋ ਰਿਹਾ ਹੈਗਾ, ਤੁਹਾਡੇ ਜੀਮੇਲ ਅਕਾਊਂਟ ਸਾਰੇ ਸਟੋਰ ਨੇ ਉੱਥੇ,
ठीक है। होर बहुत चीज़ां स्टोर ने तुहाडे गूगल कैलेंडर स्टोर ने उत्थे, ठीक है। वो एक स्टोर हैगा हर एक चीज़, हर एक चीज़ ਦਾ ਅੱਧੋ ਇੱਕ ਸਰਵਰ ਬਣਿਆ ਹੋਇਆ ਉਸ ਨੂੰ ਵੈਬ ਪੇਜ ਕੀ ਜਾਣਿਆ ਜਾਂਦਾ ਹੈ। ਇਹ ਲੋਕਲ ਕੰਪਿਊਟਰ ਦੇ ਉੱਤੇ ਫਾਇਰਫੌਕਸ, ਠੀਕ ਹੈ, ਦੁਆਰਾ ਪ੍ਰਾਪਤ ਕੀਤਾ ਜਾ ਸਕਦਾ, ਜਿਵੇਂ ਵੈਬ ਬਰਾਊਜ਼ਰ ਕੀ ਹੈ ਫਾਇਰਫੌਕਸ ਸੀ, ਜਿਵੇਂ ਮੋਜ਼ਿਲਾ ਫਾਇਰਫੌਕਸ, ਇੰਟਰਨੈਟ ਐਕਸਪਲੋਰਰ, ਸਫਾਰੀ, ਗੂਗਲ ਕ੍ਰੋਮ, ਬਹੁਤ ਸਾਰਿਆਂ ਦੁਆਰਾ ਕਿ ਆਪਾਂ ਇਨਫੋਰਮੇਸ਼ਨ ਕੀ ਐਕਸੈਸ ਕਰ ਸਕਦੇ। ਵੈਬ ਬਰਾਊਜ਼ਰ ਕੀ ਇੱਕ ਸੌਫਟਵੇਅਰ, ਤੁਹਾਨੂੰ ਪਤਾ ਐਪਲੀਕੇਸ਼ਨ ਸੌਫਟਵੇਅਰ ਹੈ ਜਿਹੜਾ ਯੂਜ਼ਰ ਨੇ ਆਪਣੀ ਲੋੜ ਦੇ ਅਨੁਸਾਰ ਕੇ ਬਣਾਇਆ ਸੀ, ਜੋ ਕਿ ਵੈਬਸਾਈਟਾਂ ਦੇਖਣ ਦੇ ਲਈ ਵਰਤਿਆ ਜਾਂਦਾ ਹੈ। ਆਪਾਂ ਦੇਖ ਕੇ ਹਟੇ ਵੈਬਸਾਈਟ ਨੂੰ। ਇਹ ਵਰਲਡ ਵਾਈਡ ਵੈਬ ਤੇ ਯੂਜ਼ਰ ਦੇ ਵਿਚਕਾਰ ਇੱਕ ਇੰਟਰਫੇਸ ਦਾ ਕੰਮ ਕਰਦਾ ਹੈ। ਇੱਕ ਜਿਵੇਂ ਵਰਲਡ ਵਾਈਡ ਵੈਬ ਜਿੱਥੇ ਲਿੰਕਸ ਨੇ ਤੇ ਇੱਕ ਯੂਜ਼ਰ ਦੇ ਵਿਚਕਾਰ ਇੱਕ ਇੰਟਰਫੇਸ ਦਾ ਕੰਮ ਕਰ ਰਿਹਾ ਹੈਗਾ। ਜੇ ਨਾ ਹੋਵੇ ਆਪਾਂ ਵੈਬ ਪੇਜ ਕਿਵੇਂ ਦੇਖ ਸਕਦੇ ਹਾਂ। ਇਸ ਕਰਕੇ ਆਪਣੇ ਇੰਟਰਫੇਸ ਜੇ ਦੇਖਣਾ ਹੈ ਤਾਂ ਆਪਾਂ ਨੂੰ ਕੀ ਇੱਕ ਵੈਬ ਬਰਾਊਜ਼ਰ ਦੀ ਮਦਦ ਲੈਣੀ ਪਊਗੀ। ਠੀਕ ਹੈ। ਵੈਬ ਸਰਵਰ ਕੀ ਇੱਕ ਕੰਪਿਊਟਰ ਹੈਗਾ, ਵੈਬ ਸਰਵਰ ਕੀ ਇੱਕ ਕੰਪਿਊਟਰ ਵੈਬ ਤੇ, ਠੀਕ ਹੈ, ਇੱਕ ਮੇਨ ਕੰਪਿਊਟਰ ਪਿਆ ਜਿੱਥੇ ਸਾਰਿਆਂ ਦਾ ਡਾਟਾ ਕੀ ਉੱਥੇ ਸਟੋਰ ਹੁੰਦਾ ਹੈਗਾ। ਕੋਈ ਵੀ ਫਾਈਲਾਂ ਨੇ, ਜਿਵੇਂ ਤੁਹਾਨੂੰ ਦੱਸਿਆ ਕਿ ਜੀਮੇਲ ਅਕਾਊਂਟ ਹੈ ਤਾਂ ਜਿੰਨੀ ਵੀ ਇਨਫੋਰਮੇਸ਼ਨ ਹੈ ਜੀਮੇਲ ਅਕਾਊਂਟ ਬਾਰੇ, ਠੀਕ ਹੈ, ਤੁਸੀਂ ਰੀਸੈਟ ਕਰਦੇ ਹੋ ਆਪਣਾ ਪਾਸਵਰਡ, ਉਹ ਕੀ ਕਰਦਾ ਪਹਿਲਾਂ ਆਇਡੈਂਟੀਫਾਈ ਕਰਦਾ ਸਰਵਰ ਤੇ ਕਿ ਤੁਹਾਡਾ ਅਕਾਊਂਟ ਹੈਗਾ ਕਿ ਨਹੀਂ ਹੈਗਾ ਉੱਥੇ। ਜੇ ਹੁੰਦਾ ਹੈ ਆਪਣੇ ਕੋਲ ਆ ਜਾਂਦਾ, ਤੁਹਾਨੂੰ ਕਹਿੰਦਾ ਰੀਟਾਈਪ ਕਰੋ ਆਪਣਾ ਪਾਸਵਰਡ। ਜੇ ਉੱਥੇ ਸਰਵਰ ਹੀ ਨਾ ਹੋਵੇ, ਡਾਟਾ ਹੀ ਨਾ ਹੋਵੇ ਉੱਥੇ, ਠੀਕ ਹੈ, ਤਾਂ ਤੁਹਾਨੂੰ ਕੀ ਉਹ ਐਕਸੈਸ ਨਹੀਂ ਕਰ ਸਕਦੇ। ਤੁਸੀਂ ਕਹਿੰਦੇ ਨੋਟ ਫਾਊਂਡ, ਉੱਥੇ ਲਿਖਿਆ ਜਾਂਦਾ ਹੈ ਯੂਜ਼ਰ ਨੋਟ ਫਾਊਂਡ, ਇਸ ਤਰ੍ਹਾਂ ਲਿਖਿਆ ਜਾਂਦਾ ਹੈ। ਠੀਕ ਹੈ। ਫੋਰ ਐਗਜ਼ਾਮਪਲ ਇੱਕ ਹੋਰ ਦੇ ਦਾਂ ਤੁਹਾਨੂੰ, ਸਕੂਲ ਦੇ ਵਿੱਚ ਕਿਸੇ ਬੱਚੇ ਨੇ ਐਡਮਿਸ਼ਨ ਕਰਾਉਣੀ ਹੈ, ਠੀਕ ਹੈ, ਜਾਂ ਐਡਮਿਸ਼ਨ ਕਰਵਾਈ ਸੀ, ਪਹਿਲਾਂ ਪੜ੍ਹ ਕੇ ਗਿਆ ਸੀ, ਜੇ ਉਹ ਪੜ੍ਹ ਕੇ ਗਿਆ ਸੀ, ਰੋਲ ਨੰਬਰ ਦੱਸਦਾ ਆਪਾਂ ਨੂੰ, ਠੀਕ ਹੈ, ਰੋਲ ਨੰਬਰ ਦਾ ਭਾਵ ਜਿਵੇਂ ਇੱਥੇ ਤੁਸੀਂ ਆਈਡੀ ਦੱਸ ਦਿਓ ਆਪਣੀ, ਪਾਸਵਰਡ ਰੀਸੈਟ ਕਰਨਾ, ਤੁਸੀਂ ਆਈਡੀ ਭਰ ਦਿਓ, ਆਪਣੀ ਜੀਮੇਲ ਐਡਰੈਸ ਭਰ ਦਿਓ, ਤਾਂ ਤੁਹਾਡਾ ਇੱਕ ਫਾਈਂਡ ਕੀਤਾ ਜਾਂਦਾ ਉਹ ਕਿ ਹਾਂਜੀ ਜੀ ਇਸ ਰੋਲ ਨੰਬਰ ਦਾ ਬੱਚਾ ਹੈਗਾ ਸਕੂਲ ਦੇ ਵਿੱਚ। ਜੇ ਉੱਥੇ ਹੁੰਦਾ ਹੈ ਤਾਂ ਆਪਾਂ ਉਸ ਦਾ ਡਾਟਾ ਅੱਗੇ ਤੁਹਾਨੂੰ ਦੇ ਦਿੰਦੇ ਕੱਢ ਕੇ, ਅਦਰਵਾਈਜ਼ ਕਹਿੰਦੇ ਇਹ ਬੱਚਾ ਸਾਡੇ ਕੋਲ ਤਾਂ ਪੜ੍ਹਦਾ ਨਹੀਂ ਸੀ ਜੀ, ਹੋਰ ਕਿਤੇ ਨਾਲ ਦੇ ਸਕੂਲ 'ਚ ਪਤਾ ਕਰੋ ਜੀ। ਤਾਂ ਇਸ ਤਰ੍ਹਾਂ ਆਪਾਂ ਗੱਲਾਂ ਕਰਦੇ ਹੁੰਦੇ ਹਾਂ। ਤਾਂ ਇਸ ਤਰ੍ਹਾਂ ਇਹ ਇੱਕ ਇਲੈਕਟ੍ਰੋਨਿਕ ਸਿਸਟਮ ਹੈ ਜਿੱਥੇ ਆਪਾਂ ਵੈਬ ਸਰਵਰ ਕੀ ਸਟੋਰ ਕਰਦਾ ਸਾਰਾ ਕੁਝ, ਠੀਕ ਹੈ। ਤਾਂ ਇਹਦੇ ਫਾਇਦੇ ਕੀ ਨਹੀਂ ਨੈਟਵਰਕਿੰਗ ਹੈ, ਤੁਹਾਨੂੰ ਪਤਾ ਨੈਟਵਰਕਿੰਗ ਨਾਲ ਫਾਇਦਾ ਕੀ ਹੈ। ਮੰਨ ਲਓ ਮੈਂ ਤੁਹਾਡਾ 4 ਜਣਾ ਗਰੁੱਪ ਹੈ, ਮੈਂ ਇੱਕ ਜਣੇ ਨੂੰ ਕਹਿਣਾ ਚਲੋ ਵੀ ਉਹ ਸਾਂਝਾ ਕਰਦਾ ਡਾਟਾ, ਇਨਫੋਰਮੇਸ਼ਨ ਕੀ ਸਾਂਝੀ ਕਰ ਦਿੰਦਾ, ਠੀਕ ਹੈ। ਇਹ ਕਿ ਇੱਕ ਡਾਟਾ ਸਾਂਝਾ ਕਰਨ ਦੇ ਵਿੱਚ ਕੀ ਬਹੁਤ ਮਹੱਤਵਪੂਰਨ ਹੈ, ਲਾਭ ਇਹਦਾ। ਡਾਟਾ ਸ਼ੇਅਰਿੰਗ ਕਰਨਾ ਹੈ, ਠੀਕ ਹੈ, ਕੋਈ ਫਾਈਲਾਂ ਭੇਜਣੀਆਂ ਨੇ, ਡਾਕੂਮੈਂਟ ਦੇਣੇ ਨੇ, ਜਿਸ ਨੂੰ ਕਹਿਣਾ ਵੀ ਕਲਾਸ ਦੇ ਵਿੱਚ ਚਾਰਾਂ ਨੂੰ ਕਹਿ ਦਿਓ ਵੀ ਆਹ ਫਾਈਲਾਂ ਬਣਾ ਲਿਓ ਤੁਸੀਂ, ਜਾਂ ਆਹ ਕੰਮ ਕਰਕੇ ਆਉਣਾ ਹੈ, ਤੁਸੀਂ ਸਾਰਿਆਂ ਨੂੰ ਕੀ ਅੱਗੇ ਭੇਜ ਦੇਣਾ ਯੂਜ਼ਰ ਨੂੰ, ਠੀਕ ਹੈ। ਤਾਂ ਅਸੀਂ ਦੂਜੇ ਯੂਜ਼ਰ ਨੂੰ ਕੀ ਭੇਜ ਸਕਦੇ ਹਾਂ ਆਸਾਨੀ ਨਾਲ। ਹਾਰਡਵੇਅਰ ਨੂੰ ਸਾਂਝਾ ਕਰਨਾ, ਜਿਵੇਂ ਤੁਹਾਨੂੰ ਦੱਸਿਆ ਜੀ, ਪ੍ਰਿੰਟਰ ਸ਼ੇਅਰ ਕਰਦੇ ਹਾਂ ਆਪਾਂ, ਜਿਵੇਂ ਸਕੈਨਰ ਸ਼ੇਅਰ ਕਰਦੇ ਹਾਂ ਇੱਕ ਲੈਬ ਦੇ ਵਿੱਚ, ਤੁਹਾਨੂੰ ਦੱਸਦੀ ਐਗਜ਼ਾਮਪਲ, ਜਿਵੇਂ ਪ੍ਰਿੰਟਰ ਆਪਾਂ ਸ਼ੇਅਰ ਕਰ ਰਹੇ ਹਾਂਗੇ, ਇੱਕ ਹਾਰਡਵੇਅਰ ਹੈ ਜਿਹੜਾ ਆਪਾਂ ਸਾਂਝਾ ਕਰ ਰਹੇ ਹਾਂ ਬਾਕੀ ਨਾਲ। ਤਾਂ ਹਰ ਇੱਕ ਨੂੰ ਪ੍ਰਿੰਟਰ ਖਰੀਦਣ ਦੀ ਲੋੜ ਨਹੀਂ। ਮੰਨ ਲਓ ਆਪਣੇ ਸਕੂਲ ਦੇ ਵਿੱਚ 25 ਕੰਪਿਊਟਰ ਨੇ, ਤਾਂ 25 ਆਪਾਂ ਨੂੰ ਪ੍ਰਿੰਟਰ ਖਰੀਦਣ ਦੀ ਲੋੜ ਨਹੀਂ, ਅਤੇ 2 ਪ੍ਰਿੰਟਰ ਨਾਲ ਹੀ ਆਪਾਂ ਸਾਰੇ ਕੀ ਐਕਸੈਸ ਕਰਵਾ ਸਕਦੇ। ਤਾਂ ਤੁਹਾਡੀ ਕੋਸਟ ਬਚ ਗਈ, ਤੁਹਾਡਾ ਪੈਸਾ ਕੀ ਇੱਥੇ ਬਚ ਜਾਊਗੀ ਇਹਦੇ ਨੈਟਵਰਕਿੰਗ ਨਾਲ। ਇੰਟਰਨੈਟ ਸਾਂਝਾ ਕਰ ਲਿਆ ਆਪਾਂ ਨੇ, ਦੇਖੋ ਮੰਨ ਲਓ ਤੁਹਾਨੂੰ ਪਤਾ ਹੈਗਾ ਕੰਪਿਊਟਰ ਆਪਣੇ ਲੈਬ ਦੇ ਵਿੱਚ ਇੱਕ ਕੋਲ ਲੱਗਿਆ ਹੁੰਦਾ, ਮੂਹਰੇ ਸਰਵਰ ਤੇ ਕੀ ਆਪਾਂ ਅਟੈਚ ਕੀਤਾ ਹੁੰਦਾ ਹੈਗਾ, ਬਾਕੀ ਸਾਰਿਆਂ ਤੇ ਆਪਾਂ ਪਹਿਲੇ 5 ਤੇ ਕੀ ਉਹਨੂੰ ਐਕਸੈਸ ਕਰੀ ਜਾਂਦੇ। ਇੰਟਰਨੈਟ ਸਾਂਝਾ ਕਰ ਸਕਦੇ ਹਾਂ। ਹਰੇਕ ਕੰਪਿਊਟਰ ਦੇ ਲਈ ਬਹੁਤ ਇੰਟਰਨੈਟ ਕਨੈਕਸ਼ਨ ਖਰੀਦਣ ਦੀ ਥਾਂ ਤੁਸੀਂ ਇੱਕ ਇੰਟਰਨੈਟ ਕਨੈਕਸ਼ਨ ਕੀ ਖਰੀਦ ਸਕਦੇ ਹੋ, ਅਤੇ ਇਸ ਨੂੰ ਵੱਖ-ਵੱਖ ਕੰਪਿਊਟਰਾਂ ਦੇ ਵਿੱਚ ਕਰਕੇ ਸਾਂਝਾ ਕਰ ਸਕਦੇ। ਜਿਵੇਂ ਇੰਟਰਨੈਟ ਕੈਫੇ ਤੁਸੀਂ ਦੇਖ ਰਹੇ ਹੋ, ਕੈਫਿਆਂ ਦੇ ਵਿੱਚ, ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਕੋਈ ਚੈਟ ਕਰ ਰਿਹਾ ਕੋਈ ਕੰਪਨੀ ਦੇ ਵਿੱਚ, ਠੀਕ ਹੈ। ਐਂ ਤਾਂ ਨਹੀਂ ਆਪਾਂ ਹਰ ਇੱਕ ਨੂੰ ਕੋਈ ਲਿਆ ਕੇ ਦੇਤਾ ਲੈ ਵੀ ਤੂੰ ਅਲੱਗ ਰੱਖ ਕੰਪਿਊਟਰ ਤੇ ਆਪਣਾ ਇੰਟਰਨੈਟ, ਤਾਂ ਇੱਕ ਸ਼ੇਅਰ ਕਰਵਾ ਦਿੰਦੇ ਸਾਰਾ। ਕੋਈ ਹੋਰ ਐਪਲੀਕੇਸ਼ਨਾਂ ਵੀ ਆਪਾਂ ਸ਼ੇਅਰ ਕਰ ਸਕਦੇ ਹਾਂ, ਨੈਟਵਰਕ ਆਧਾਰਿਤ ਐਪਲੀਕੇਸ਼ਨਾਂ, ਜਿਵੇਂ ਦੱਸਿਆ ਕੋਈ ਚੈਟ ਐਪਲੀਕੇਸ਼ਨ ਪਾ ਰੱਖਿਆ, ਕੋਈ ਵੀਡੀਓ ਕਾਨਫਰੰਸਿੰਗ ਦੇ ਲਈ, ਕਾਲਿੰਗ ਦੇ ਲਈ ਵੈਬ ਬਰਾਊਜ਼ਰ ਨੇ, ਜਿਵੇਂ ਵੈਬ ਬਰਾਊਜ਼ਰ ਦੱਸਿਆ ਇੱਕ ਥਾਂ 'ਤੇ ਇੰਸਟਾਲ ਕੀਤਾ ਆਪਣੇ ਮੇਨ 'ਤੇ, ਕੋਈ ਵੀ ਆਪਣਾ ਸੌਫਟਵੇਅਰ ਜਿਵੇਂ ਮਾਈਕਰੋਸਾਫਟ ਆਫਿਸ ਉੱਥੇ ਇੰਸਟਾਲ ਕੀਤਾ, ਬਾਕੀ ਸਾਰੇ ਕੀ ਇਹਨੂੰ ਐਕਸੈਸ ਕਰ ਰਹੇ ਨੇ। ਤਾਂ ਜਿਹੜੀਆਂ ਐਪਲੀਕੇਸ਼ਨਾਂ ਨੇ ਉਹਨਾਂ ਨੂੰ ਵੀ ਆਪਾਂ ਕੀ ਕਰ ਸਕਦੇ ਹਾਂ, ਵਰਤ ਸਕਦੇ ਹਾਂ, ਯੂਜ਼ ਕਰ ਸਕਦੇ ਹਾਂ, ਠੀਕ ਹੈ। ਤੇ ਜਿਹੜਾ ਤੁਸੀਂ ਇੰਟਰਨੈਟ ਐਕਸੈਸ ਕਰਦੇ ਹੋ ਇਹ ਕਿਸ ਦੇ ਜ਼ਰੀਏ ਕਰਦੇ ਹੋ, ਇੱਕ ਜੀ ISP, ਠੀਕ ਹੈ, ਜਿਹਦਾ ਪੂਰਾ ਨਾਮ ਹੈ ਇੰਟਰਨੈਟ ਸਰਵਿਸ ਪ੍ਰੋਵਾਈਡਰ। ਜੇ ਪ੍ਰੋਵਾਈਡਰ ਹੀ ਨਹੀਂ ਕਰਨਗੇ ਆਪਾਂ ਨੂੰ ਸੰਗਠਨ ਹੈ ਇਹ, ਠੀਕ ਹੈ, ਇਹ ਆਪਾਂ ਨੂੰ ਵਾਇਰਲੈਸ ਵੀ ਦੇ ਸਕਦਾ ਕਨੈਕਸ਼ਨ, ਇੱਕ ਵਾਇਰ ਨਾਲ ਵੀ ਦੇ ਸਕਦਾ ਕਨੈਕਸ਼ਨ, ਜਿਸ ਤਰ੍ਹਾਂ ਦੀ ਆਪਾਂ ਨੂੰ ਸਪੀਡ ਚਾਹੀਦੀ ਹੈ, ਟੈਕਨੋਲੋਜੀ ਚਾਹੀਦੀ ਆਪਾਂ ਨੂੰ ਉਸੇ ਤਰ੍ਹਾਂ ਦੀ, ਠੀਕ ਹੈ, ਆਪਾਂ ਨੂੰ ਇਹ ਇੰਟਰਨੈਟ ਦੀ ਸੁਵਿਧਾ ਕੀ ਹੈ ਪ੍ਰਦਾਨ ਕਰਦੇ ਨੇ, ਠੀਕ ਹੈ। ਵੱਖ-ਵੱਖ ਤੌਰ 'ਤੇ ਨੇ, ਤੁਹਾਨੂੰ ਪਤਾ ਡਾਇਲ ਅਪ ਵੀ ਹੈ, ਬਰੋਡਬੈਂਡ ਵੀ ਹੈ, ਬਾਈਮੈਕਸ, ਵਾਇਰਲੈਸ ਨੇ, ਇਹ 3G ਹਾਈ ਸਪੀਡ ਡਾਟਾ ਇੰਟਰਨੈਟ ਐਕਸੈਸ, ਅਲੱਗ-ਅਲੱਗ ਹੀ ਨੇ ਆਪਣੇ ਕੋਲ ਕਨੈਕਸ਼ਨਸ ਅਵੇਲੇਬਲ ਨੇ, ਠੀਕ ਹੈ। ISP ਤੁਹਾਨੂੰ ਪਤਾ ਹੈਗਾ ਜਿਵੇਂ ਏਅਰਟੈਲ ਹੈ ਤੁਹਾਨੂੰ ਇੰਟਰਨੈਟ ਪ੍ਰਦਾਨ ਕਰਦਾ ਹੈਗਾ ਫੋਨ ਤੇ, ਐਂਡਰੋਇਡ ਫੋਨ ਤੁਹਾਨੂੰ ਪਤਾ ਹੈਗਾ,
ठीक है। BSNL है, ਤੁਹਾਨੂੰ ਪਤਾ ਬ੍ਰੌਡਬੈਂਡ ਲੱਗਿਆ ਹੁੰਦਾ, ਜੇ ਇਹਨੇ ਫੋਨ ਲੱਗਿਆ ਹੁੰਦਾ ਨਾਲ ਇੱਕ ਮੋਡਮ ਲੱਗਿਆ ਹੁੰਦਾਗਾ, ਉਹ ਵੀ ਇੱਕ ਇੰਟਰਨੈਟ ਐਕਸੈਸ ਪ੍ਰਦਾਨ ਕਰ ਸਕਦੇ ਆਪਾਂ ਉਹਦੇ ਜਰੀਏ ਵੀ। ਠੀਕ ਹੈ। ਇੱਕ ਕਨੈਕਟ ਸੁਣਿਆ ਉਹ ਤੁਸੀਂ, ਕਨੈਕਟ ਕੰਪਨੀ ਹੈ, ਉਹ ਵੀ ਇੱਕ ਇੰਟਰਨੈਟ ਪ੍ਰਦਾਨ ਕਰਦੇ, ISP ਉਹ ਵੀ ਇੱਕ। ਠੀਕ ਹੈ। ਵੋਡਾਫੋਨ ਹੈ, ਰਿਲਾਇੰਸ ਜੀਓ ਹੈ, ਆਪਾਂ ਡੋਂਗਲਸ ਚੱਲ ਪਏ, ਤੁਹਾਨੂੰ ਪਤਾ ਡਾਟਾ ਕਾਰਡਸ ਚੱਲ ਰਹੇ ਨੇ ਅੱਜ ਦੀ ਟੈਕਨੋਲੋਜੀ ਦੇ ਵਿੱਚ, ਤੇ ਸਾਰੇ ਕੀ ਨੇ, ਇੱਕ ISP ਨੇ। ਠੀਕ ਹੈ ਜੀ, ਜੇ ਆਪਾਂ ਪੁੱਛਾਂ ਬਟ ਇਹਨਾਂ ਦੀ ਕਿਹੜੀ ਕਿਸਮ ਹੈ, ਵਾਈਮੈਕਸ ਹੈ, ਬ੍ਰੌਡਬੈਂਡ ਹੈ, ਡਾਇਲ ਅਪ ਹੈ, ਕੇਬਲ ਮੋਡਮ ਹੈ, ਉਹ ਆਪਾਂ ਦੇਖ ਕੇ ਦੱਸ ਸਕਦੇ। ਇੰਟਰਨੈਟ ਐਕਸੈਸ ਕਰਨ ਦੇ ਲਈ, ਠੀਕ ਹੈ, ਇੱਕ ਸੁਵਿਧਾ ਪ੍ਰਦਾਨ ਕਰਤੀ, ਤੁਹਾਡੇ ਲਈ ਵੀ ਕੁਝ ਡਿਵਾਈਸਾਂ ਹੋਣੇ ਜ਼ਰੂਰੀ ਨੇ। ਤਾਂ ਉਹਨਾਂ ਦੇ ਵਿੱਚ ਇੱਕ ਮੋਡਮ ਹੈ ਜੀ। ਮੋਡਮ ਇੱਕ ਡਿਵਾਈਸ ਹੈ ਜੋ ਕਿ ਡਿਜੀਟਲ ਕੰਪਿਊਟਰ ਸਿਗਨਲ ਨੂੰ ਇੱਕ ਅਜਿਹੇ ਰੂਪ ਦੇ ਵਿੱਚ ਬਦਲ ਦਿੰਦਾ ਹੈ ਜਿਹੜਾ ਫੋਨ ਲਾਈਨ ਦੇ ਉੱਤੇ ਜਾ ਸਕੇ। ਆਪਾਂ ਨੂੰ ਪਤਾ ਜਿਹੜਾ ਕੰਪਿਊਟਰ ਹੈ ਉਹ ਡਿਜੀਟਲ ਜਾਂ ਬਾਈਨਰੀ ਲੈਂਗੁਏਜ ਕੀ ਸਮਝਦਾ, ਮਤਲਬ 0 ਅਤੇ 1। ਬਟ ਜਿਹੜਾ ਕੇਬਲ ਪਾਈ ਹੋਈ ਹੈ, ਤਾਰਾਂ ਪਾਈਆਂ ਹੋਈਆਂ ਨੇ, ਉਸ ਦੇ ਜਿਹੜਾ ਸਿਗਨਲ ਆ ਰਿਹਾ ਹੈਗਾ, ਠੀਕ ਹੈ, ਜਿਹੜਾ ਕਰੰਟ ਜੋ ਵੀ ਆਪਾਂ ਨੂੰ ਡਾਟਾ ਆ ਰਿਹਾ ਹੈਗਾ, ਉਹ ਇੱਕ ਐਨਾਲੌਗ ਫਾਰਮ 'ਚ ਆ ਰਿਹਾ ਹੈਗਾ, ਵੇਵ ਦੀ ਫਾਰਮ 'ਚ ਆ ਰਿਹਾ ਹੈਗਾ। ਤਾਂ ਉਹਨਾਂ ਨੂੰ ਕੰਪਿਊਟਰ ਦੇ ਭਾਸ਼ਾ ਦੇ ਵਿੱਚ ਬਦਲਣ ਦੇ ਲਈ ਮੋਡਮ ਕੰਮ ਕਰਦਾ। ਮੋਡਮ ਅੱਗੇ ਫਿਰ ਉਸ ਲਾਈਨ 'ਤੇ ਭੇਜਣ ਦੇ ਲਈ ਡਾਟਾ, ਠੀਕ ਹੈ, ਉਹਨੂੰ ਐਨਾਲੌਗ ਦੇ ਵਿੱਚ ਚੇਂਜ ਕਰਦਾ। ਤਾਂ ਇਹ ਕੀ ਕਰਦਾ ਜੀ, ਐਨਾਲੌਗ ਸਿਗਨਲ ਨੂੰ ਡਿਜੀਟਲ ਸਿਗਨਲ ਦੇ ਵਿੱਚ ਬਦਲਦਾ ਹੈ, ਤੇ ਐਨਾਲੌਗ ਨੂੰ ਡਿਜੀਟਲ 'ਚ, ਡਿਜੀਟਲ ਨੂੰ ਐਨਾਲੌਗ। ਇਹਦਾ ਪੂਰਾ ਨਾਮ ਹੈ ਜੀ ਮੋਡੂਲੇਟਰ ਅਤੇ ਡੀਮੋਡੂਲੇਟਰ। ਠੀਕ ਹੈ। ਤਾਂ ਹੀ ਇਹਦਾ ਨਾਂ ਕੀ ਰੱਖਦਾ ਜੀ, ਮੋਡੂਲੇਟਰ ਅਤੇ ਡੀਮੋਡੂਲੇਟਰਸ। ਠੀਕ ਹੈ। ਤਾਂ ਆਪਣੇ ਕੋਲ ਵੱਖ-ਵੱਖ ਇੰਟਰਨੈਟ ਕਨੈਕਟ ਕਰਨ ਦੀਆਂ ਕਿਸਮਾਂ ਨੇ ਜੀ। ਆਪਾਂ ਨੂੰ ਪਤਾ ਹੈਗਾ ਆਪਾਂ ਵੱਖ-ਵੱਖ ਤਰੀਕੇ ਨਾਲ ਇੰਟਰਨੈਟ ਕਨੈਕਟ ਕਰਦੇ ਹੈਗੇ। ਜਿਵੇਂ ਆਪਾਂ ਕਹਿੰਦੇ ਨੇ ਹੌਟਸਪੌਟ ਔਨ ਕਰੀ ਘਰੇ, ਠੀਕ ਹੈ। ਤਾਂ ਵੱਖ-ਵੱਖ ਕੀ ਨੇ ਆਪਣੇ ਕੋਲ ਜੀ ਇੰਟਰਨੈਟ ਕਨੈਕਟੀਵਿਟੀ ਦੀਆਂ ਕਿਸਮਾਂ ਨੇ। ਜਿਹੜਾ ਆਪਾਂ ਘਰੇ ਹੌਟਸਪੌਟ ਔਨ ਕਰਦੇ ਹਾਂ ਉਹ ਇੱਕ ਵਾਇਰਲੈਸ ਇੰਟਰਨੈਟ ਕਨੈਕਸ਼ਨ ਆਪਾਂ ਪ੍ਰੋਵਾਈਡ ਕਰਦੇ ਹਾਂ। ਉਹ ਕਿ ਇੱਕ ਪਰਸਨਲ ਏਰੀਆ ਦੇ ਵਿੱਚ ਹੀ ਕਰਦੇ ਆ ਕੰਮ। ਐਂ ਨਹੀਂ ਗਾ ਕਿ ਮੈਂ ਇੱਥੇ ਬੈਠਾਂਗਾ, ਤੁਹਾਨੂੰ ਕਿਸੇ ਹੋਰ ਬਿਲਡਿੰਗ ਦੇ ਵਿੱਚ ਬੈਠਾ ਉੱਥੇ ਐਕਸੈਸ ਹੋ ਸਕਦਾ, ਨਹੀਂ। ਉਹ ਇੱਕ ਕੁਝ ਏਰੀਆ, ਕੁਝ ਲਿਮਟ 10 ਮੀਟਰ 15 ਮੀਟਰ, ਠੀਕ ਹੈ, ਵੱਧ ਤੋਂ ਵੱਧ 10 ਮੀਟਰ ਤੱਕ ਸਹੀ ਕਨੈਕਸ਼ਨ ਐਸਟੈਬਲਿਸ਼ ਰਹਿੰਦਾ। ਉਸ ਤੋਂ ਬਾਅਦ ਕੀ ਤੁਹਾਡਾ ਵੀਕ ਹੋ ਕੇ ਕਨੈਕਸ਼ਨ ਕੀ ਹੁੰਦਾ ਜੀ, ਉਹ ਡਿਸਕਨੈਕਟ ਹੋ ਜਾਂਦਾ। ਤਾਂ ਅੱਜ ਕੱਲ੍ਹ ਕਈ ਕਿਸਮਾਂ ਦੀ ਇੰਟਰਨੈਟ ਕਨੈਕਟੀਵਿਟੀ ਕੀ ਉਪਲਬਧ ਹੈਗੀ। ਇਹ ਵਿਆਪਕ ਤੌਰ 'ਤੇ ਵਾਇਰ ਤੇ ਵਾਇਰਲੈਸ ਹੁੰਦੀ ਹੈ, ਮਤਲਬ ਇੱਕ ਤਾਰਾਂ ਨਾਲ ਹੁੰਦੀ ਹੈ, ਇੱਕ ਬਿਨਾਂ ਤਾਰਾਂ ਤੋਂ। ਠੀਕ ਹੈ ਜੀ, ਜਿਹੜੀ ਕਿ ਇੱਕ ਕਿਸੇ ਵਿਅਕਤੀ ਤੱਕ ਪਹੁੰਚਾਈ ਜਾਂਦੀ ਹੈ। ਤਾਂ ਕੁਝ ਕਨੈਕਟੀਵਿਟੀ ਹੈ ਜਿਹੜੀ ਸੰਖੇਪ ਜਾਣਕਾਰੀ ਆਪਾਂ ਦੱਸਾਂਗੇ ਤੁਹਾਨੂੰ। ਤਾਂ ਤਕਨੀਕ ਟੈਕਨੋਲੋਜੀ ਕਿਹੜੀ ਯੂਜ਼ ਹੁੰਦੀ ਹੈ ਤੇ ਇਹਦੀ ਕਿਸਮ ਕਿਹੜੀ ਹੈ ਕਨੈਕਟੀਵਿਟੀ ਦੀ। ਪਹਿਲੀ ਜਿਹੜੀ ਹੈਗੀ ਹੈ ਡਾਇਲ ਅਪ। ਠੀਕ ਹੈ ਜੀ, ਕਿਹੜੀ ਹੈ ਜੀ, ਡਾਇਲ ਅਪ। ਡਾਇਲ ਅਪ ਦੇ ਵਿੱਚ ਕੀ ਹੁੰਦੀ ਹੈ, ਇੱਕ ਤਾਰਾਂ ਵਾਇਰ ਯੂਜ਼ ਹੁੰਦੀ ਹੈ ਜੀ। DSL ਡਿਜੀਟਲ ਸਬਸਕ੍ਰਾਈਬਰ ਲਾਈਨ, ਇਹਦੇ ਵਿੱਚ ਵੀ ਕੀ ਯੂਜ਼ ਹੁੰਦੀ, ਇੱਕ ਤਾਰ ਯੂਜ਼ ਹੁੰਦੀ ਹੈ, ਠੀਕ ਹੈ, ਵਾਇਰ ਯੂਜ਼ ਹੁੰਦੀ ਹੈ। ਉਸ ਤੋਂ ਬਾਅਦ ਆ ਗਈ ਕੇਬਲ ਇੰਟਰਨੈਟ ਐਕਸੈਸ, ਜਿਹਨੂੰ ਬੋਲਦੇ ਆਪਾਂ ਲੀਜ਼ਡ ਲਾਈਨ, ਪਰਮਾਨੈਂਟ ਕਨੈਕਸ਼ਨ ਹੁੰਦਾ ਜੀ ਇਹ। ਇਸ ਦੇ ਵਿੱਚ ਵੀ ਇੱਕ ਤਾਰ ਯੂਜ਼ ਹੁੰਦੀ ਹੈਗੀ। 3G ਇਸ ਦੇ ਵਿੱਚ ਵਾਇਰਲੈਸ ਹੈ, ਮਤਲਬ ਕਿ ਇਹ ਤਾਰ ਰਹਿਤ ਹੈ। ਇਹ ਵਾਈਮੈਕਸ ਹੈ, ਇਹ ਵੀ ਇੱਕ ਤਾਰ ਰਹਿਤ ਹੈ, ਵਾਇਰਲੈਸ ਹੈ ਜੀ। ਵਾਈਫਾਈ ਹੈ, ਇਹ ਵੀ ਇੱਕ ਵਾਇਰਲੈਸ ਇੰਟਰਨੈਟ ਕੀ ਹੈ ਕਨੈਕਟੀਵਿਟੀ ਦੀ ਕਿਸਮ ਹੈ। ਤਾਂ ਆਪਾਂ 1 by 1 ਕੀ ਪੜਾਂਗੇ ਤੇ ਉਸਦੇ ਬਾਰੇ ਤੁਹਾਨੂੰ ਨਾਲ ਦੱਸਾਂਗੇ। ਤਾਂ ਕੁਝ ਆਮ ਵਰਤੇ ਜਾਂਦੇ ਇੰਟਰਨੈਟ ਕਨੈਕਟੀਵਿਟੀ ਇਹ ਨਹੀਂ। ਪਹਿਲਾ ਹੀ ਡਾਇਲ ਅਪ, ਇਹ ਤੁਹਾਨੂੰ ਪਤਾ ਇੱਕ ਵਾਇਰ ਦੇ ਨਾਲ ਕਿ ਆਪਾਂ ਕਨੈਕਸ਼ਨ ਕੀ ਕਰਦੇ ਹਾਂ, ਕ੍ਰੀਏਟ ਕਰਦੇ ਹਾਂ, ਐਸਟੈਬਲਿਸ਼ ਕਰਦੇ ਹਾਂ। ਡਾਇਲ ਅਪ ਇੰਟਰਨੈਟ ਐਕਸੈਸ, ਇੰਟਰਨੈਟ ਐਕਸੈਸ ਦਾ ਇੱਕ ਅਜਿਹਾ ਰੂਪ ਹੈ ਜੋ ਪਬਲਿਕ ਸਵਿਚਡ ਟੈਲੀਫੋਨ ਨੈਟਵਰਕ ਦੀ ਸਹੂਲਤ ਨੂੰ ISP ਦਾ ਕਨੈਕਸ਼ਨ ਸਥਾਪਿਤ ਕਰਨ ਲਈ ਟੈਲੀਫੋਨ ਲਾਈਨ ਦੁਆਰਾ ਇੱਕ ਡਿਵਾਈਸ ਦੀ ਵਰਤੋਂ ਨਾਲ, ਜਿਸ ਨੂੰ ਮੋਡਮ ਕਹਿੰਦੇ ਹਨ, ਉਹਨੂੰ ਵਰਤਦਾ ਹੈ। ਇਹ ਮੋਡਮ ਤੋਂ ਬਗੈਰ ਤੁਹਾਡਾ ਪੋਸੀਬਲ ਨਹੀਂ ਹੈ। ਠੀਕ ਹੈ ਜੀ, ਜਿਹੜਾ ਕਨੈਕਸ਼ਨ ਹੈ ਤੁਹਾਡਾ, ਜੇ ਮੋਡਮ ਤੁਹਾਡੇ ਕੋਲ ਹੈ ਤਾਂ ਹੀ ਤੁਹਾਡਾ ਕੀ ਹੈ ਡਾਟਾ ਕੀ ਹੈ ਟੈਲੀਫੋਨ ਦੇ ਜ਼ਰੀਏ ਜਿਹੜਾ ਐਕਸੈਸ ਕਰਾਂਗੇ ਆਪਾਂ ISP, ਠੀਕ ਹੈ, ਤਾਂ ਤੁਹਾਡੇ ਲਈ ਮੋਡਮ ਹੋਣਾ ਜ਼ਰੂਰੀ ਹੈ। ਠੀਕ ਹੈ। ਯੂਜ਼ਰ ISP ਦੁਆਰਾ ਦਿੱਤਾ ਗਿਆ ਖਾਸ ਨੰਬਰ ਡਾਇਲ ਕਰਦੇ ਨੇ ਤੇ ਇੰਟਰਨੈਟ ਤੱਕ ਪਹੁੰਚ ਪ੍ਰਾਪਤ ਕਰਦੇ ਨੇ। ਤੁਹਾਨੂੰ ਇੱਕ ਯੂਜ਼ਰ ਨੇਮ, ਠੀਕ ਹੈ ਜੀ, ਇੱਕ ਯੂਜ਼ਰ ਨੇਮ ਤੁਹਾਨੂੰ ਦੱਸਿਆ ਜਾਂਦਾ ਹੈ, ਤੁਹਾਨੂੰ ਇੱਕ ਯੂਜ਼ਰ ਨੇਮ ਦਿੱਤਾ ਜਾਂਦਾ ਹੈ, ਠੀਕ ਹੈ ਜੀ। ਤੁਹਾਨੂੰ ਇੱਕ ਯੂਜ਼ਰ ਨੇਮ ਦਿੱਤਾ ਜਾਂਦਾ, ਇੱਕ ਪਾਸਵਰਡ ਦਿੱਤਾ ਜਾਂਦਾ ਹੈ, ਜਿਹੜੇ ਕੀ ਹੈ ਜੇ BSNL ਦਿੰਦੀ ਹੈ, ਏਅਰਟੈਲ ਕਨੈਕਟ, ਠੀਕ ਹੈ, ਉਸ ਦੇ ਜ਼ਰੀਏ ਕੀ ਕਰਦੇ ਆਪਾਂ ਇੰਟਰਨੈਟ ਤੱਕ ਪਹੁੰਚ ਜਾਂਦੇ ਹਾਂ, ਮਤਲਬ ਐਕਸੈਸ ਕਰਦੇ ਕੋਈ ਵੀ ਡਾਟਾ ਜੀ। ਇਹ ਸਲੋ ਹੁੰਦੇ ਨੇ, ਇਹਨਾਂ ਦੀ ਸਪੀਡ ਕੀ ਬਹੁਤ ਘੱਟ ਹੁੰਦੀ ਹੈਗੀ ਐਜ ਏ ਬ੍ਰੌਡਬੈਂਡ ਦੇ ਵਿੱਚ ਆਪਾਂ ਯੂਜ਼ ਕਰਦੇ ਇਹਨਾਂ ਨੂੰ ਜ਼ਿਆਦਾ। ਤਾਂ ਹਾਈ ਸਪੀਡ ਦੇ ਲਈ ਆਪਾਂ ਕੇਬਲ ਜਿਹੜੇ ਇੰਟਰਨੈਟ ਐਕਸੈਸ ਕਰਦੇ ਆ ਜਾਂ DSL, ਠੀਕ ਹੈ। DSL ਦਾ ਪੂਰਾ ਨਾਮ ਹੈ ਡਿਜੀਟਲ ਸਬਸਕ੍ਰਾਈਬਰ ਲਾਈਨ, ਠੀਕ ਹੈ ਜੀ।
ਲੋਕਲ ਟੈਲੀਫੋਨ ਨੈਟਵਰਕ ਦੀਆਂ ਤਾਰਾਂ ਦੇ ਉੱਤੇ ਡਿਜੀਟਲ ਡਾਟਾ ਨੂੰ ਟਰਾਂਸਮਿਟ ਕਰਕੇ ਇੰਟਰਨੈਟ ਐਕਸੈਸ ਮੁਹੱਈਆ ਕਰਵਾਉਂਦਾ ਹੈ। DSL ਸਰਵਿਸ ਕੀ ਇੱਕ ਵਾਇਰ ਟੈਲੀਫੋਨ ਸਰਵਿਸ ਦੇ ਨਾਲ ਹੀ ਉਸੇ ਹੀ ਟੈਲੀਫੋਨ ਲਾਈਨ ਦੇ ਉੱਤੇ ਦਿੱਤੀ ਜਾਂਦੀ ਹੈ। ਗਾਹਕ ਦੇ ਪੱਖ ਤੋਂ ਇੱਕ ਸਮੇਂ ਟੈਲੀਫੋਨ ਅਤੇ ਡਾਟਾ ਟਰਾਂਸਮਿਸ਼ਨ ਦੀ ਵਰਤੋਂ ਦੇ ਯੋਗ ਬਣਾ ਕੇ ਉਹਦੀ ਫ੍ਰੀਕੁਐਂਸੀ ਨੂੰ ਕੀ ਕਰਦਾ ਹੈ, ਇੰਟਰਫੇਸ ਹਟਾਉਂਦਾ ਹੈ। ਮੰਨ ਲਓ ਤੁਸੀਂ ਗੱਲਬਾਤ ਵੀ ਕਰ ਸਕਦੇ ਹੋ ਟੈਲੀਫੋਨ ਤੇ, ਠੀਕ ਹੈ, ਆਪਣਾ ਇੰਟਰਨੈਟ ਵੀ ਐਕਸੈਸ ਕਰ ਸਕਦੇ। ਉਸ ਤੋਂ ਬਾਅਦ ਕੇਬਲ ਇੰਟਰਨੈਟ ਐਕਸੈਸ, ਆਪਾਂ ਨੂੰ ਨਾਂ ਤੋਂ ਪਤਾ ਲੱਗ ਗਿਆ ਇੱਥੇ ਕੇਬਲ ਯੂਜ਼ ਹੁੰਦੀ ਹੈ। ਇਸ ਦੇ ਵਿੱਚ ਇੱਕ ਲੀਜ਼ਡ ਲਾਈਨ ਹੁੰਦੀ ਹੈ ਪੁੱਤਰ, ਪਰਮਾਨੈਂਟ, ਮਤਲਬ ਤੁਹਾਨੂੰ ਇੱਕ ਜਿਹੜੀ ਐਕਸਚੇਂਜ ਹੁੰਦੀ ਹੈਗੀ ਉੱਥੇ ਇੱਕ ਸਿੱਧੀ ਤਾਰ ਪਾਈ ਜਾਂਦੀ ਹੈ ਤੁਹਾਡੇ ਘਰ ਤੱਕ, ਤੁਹਾਡੇ ਦਫ਼ਤਰ ਤੱਕ, ਠੀਕ ਹੈ। ਉਸ ਦੇ ਜ਼ਰੀਏ ਤੁਸੀਂ ਕੀ ਇੰਟਰਨੈਟ ਨੂੰ ਕਰਦੇ ਐਕਸੈਸ ਕਰਦੇ, ਮਤਲਬ ਉਸ ਦੇ ਪਹੁੰਚ ਵਿੱਚ ਜਾਂਦੇ। ਕੇਬਲ ਇੰਟਰਨੈਟ ਐਕਸੈਸ ਇੱਕ ਬ੍ਰੌਡਬੈਂਡ ਇੰਟਰਨੈਟ ਐਕਸੈਸ ਦਾ ਰੂਪ ਹੈ ਜੋ ਕਿ ਕੇਬਲ ਟੈਲੀਵਿਜ਼ਨ ਇਨਫਰਾਸਟ੍ਰਕਚਰ ਨੂੰ ਵਰਤਦਾ ਹੈ। ਕੇਬਲ ਇੰਟਰਨੈਟ ਐਕਸੈਸ ਮੌਜੂਦਾ ਕੇਬਲ ਟੀਵੀ ਨੈਟਵਰਕ ਰਾਹੀਂ ਮੁਹੱਈਆ ਕਰਵਾਇਆ ਜਾਂਦਾ ਹੈ। ਇਹ DSL ਦੇ ਵਾਂਗੂ ਹੀ ਹੈ, ਮਤਲਬ ਉਸਦੇ ਤਰ੍ਹਾਂ ਹੀ ਲਾਈਕ ਐਜ ਜੋ ਪਹਿਲਾਂ ਤੋਂ ਮੌਜੂਦ ਟੈਲੀਫੋਨ ਲਾਈਨ ਦੇ ਉੱਤੇ ਮੁਹੱਈਆ ਕਰਵਾਈ ਜਾਂਦੀ ਹੈ। ਤੁਹਾਨੂੰ ਦਿਖਾਉਂਦੇ ਹਾਂ ਜੀ ਕਿ ਕਿਸ ਤਰ੍ਹਾਂ ਆਪਾਂ ਇੰਟਰਨੈਟ ਯੂਜ਼ ਕਰਦੇ ਹਾਂ। ਠੀਕ ਹੈ ਜੀ, ਤੁਹਾਡਾ ਫਸਟ ਹੈ ਡਾਇਲ ਅਪ ਇੰਟਰਨੈਟ ਐਕਸੈਸ। ਠੀਕ ਹੈ, ਕਿਹੜਾ ਜੀ, ਡਾਇਲ ਅਪ ਇੰਟਰਨੈਟ ਐਕਸੈਸ। ਤੁਸੀਂ ਦੇਖੋਗੇ ਜੀ ਦੋ ਸਿਸਟਮ ਪਏ ਨੇ ਇੱਥੇ, ਇੱਕ ਕੈਲੀਫੋਰਨੀਆ ਪਿਆ ਹੈ, ਇੱਕ ਨਿਊ ਜਰਸੀ ਪਿਆ, ਤੇ ਉਸ ਦੇ ਵਿਚਕਾਰ ਕੀ ਟੈਲੀਫੋਨਸ ਪਏ ਨੇ, ਇੱਕ ਉਧਰ ਟੈਲੀਫੋਨ ਪਿਆ ਜੀ, ਇੱਕ ਉਸ ਸਾਈਡ ਪਏ, ਤੇ ਨਾਲ ਕੀ ਹੈ ਹਰ ਇੱਕ ਸਿਸਟਮ ਦੇ ਨਾਲ ਕੀ ਪਿਆ, ਇੱਕ ਮੋਡਮ ਪਿਆ ਜੀ। ਠੀਕ ਹੈ, ਟੈਲੀਫੋਨ ਦੇ ਨਾਲ ਕੀ ਹੈ, ਮੋਡਮ ਪਿਆ। ਮੰਨ ਲਓ ਐਕਸੈਸ ਆ ਰਿਹਾ ਜੀ ਇਸ PC ਤੋਂ, ਠੀਕ ਹੈ, ਇਸ ਦੇ ਜ਼ਰੀਏ ਇੱਥੇ ਗਿਆ ਜੀ ਇੰਟਰਨੈਟ ਕੇਬਲ ਬੇਸ ਦੇ ਵਿੱਚ ਗਿਆ, ਤੇ ਇੱਥੇ ਆ ਕੇ ਡਿਜੀਟਲ ਦੇ ਵਿੱਚ ਚੇਂਜ ਕਰਤਾ, ਸਿਗਨਲ ਨੂੰ ਕੀ ਕਰਤਾ ਜੀ ਡਿਜੀਟਲ ਦੇ ਵਿੱਚ, ਤਾਂ ਡਿਜੀਟਲ ਸਿਗਨਲ ਕੀ ਹੈ ਇੱਥੋਂ PC ਨੂੰ ਗਿਆ। ਜਦੋਂ ਇਹਨੇ ਡਾਟਾ ਭੇਜਿਆ ਕੈਲੀਫੋਰਨੀਆ PC ਨੇ, ਮਤਲਬ ਇੱਥੇ ਤੱਕ ਗਿਆ, ਇਹਨੇ ਅੱਗੇ ਵੇਵ ਦੇ ਵਿੱਚ ਚੇਂਜ ਕਰਤਾ, ਵੇਵ ਨੇ ਅੱਗੇ ਮੋਡਮ ਵਿੱਚ ਜਾਣਾ, ਮੋਡਮ ਨੇ ਅੱਗੇ ਕੀ ਕਰਤਾ ਉਹਨੂੰ ਜੀ ਡਿਜੀਟਲ ਦੇ ਵਿੱਚ ਚੇਂਜ ਕਰਕੇ ਨਿਊ ਜਰਸੀ ਤੱਕ ਡਾਟਾ ਪਹੁੰਚਾ। ਠੀਕ ਹੈ, ਇਸ ਤਰ੍ਹਾਂ ਦਾ ਜਿਹੜਾ ਕਨੈਕਸ਼ਨ ਹੈ ਕਿ ਇੱਕ ਡਾਇਲ ਅਪ ਇੰਟਰਨੈਟ ਕਨੈਕਸ਼ਨ ਹੈ ਜਿਸ ਦੇ ਵਿੱਚ ਇੱਕ ਟੈਲੀਫੋਨ ਦੀ ਕੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਇਹਨਾਂ ਨੇ ਦੱਸਿਆ ਜੀ, ਦਿਸ ਇਜ਼ ਦਾ ਮੋਸਟ ਕਾਮਨ ਬੇਸਿਕ ਟਾਈਪ ਆਫ ਕਨੈਕਸ਼ਨ ਹੈ ਜੀ, ਅਵੇਲੇਬਲ ਫਰੋਮ ISP ਇੰਟਰਨੈਟ ਸਰਵਿਸ ਤੋਂ ਹੀ ਅਵੇਲੇਬਲ ਹੁੰਦਾ ਆਪਾਂ ਨੂੰ। You use your computer, dial a phone number to get the connected to server। ठीक है, फोन नंबर ਆਪਾਂ ਜਾਂ ਇੱਕ ID ਦਿੱਤੀ ਜਾਂਦੀ ਹੈ, ਠੀਕ ਹੈ, ਜਿਸ ਦੇ ਜ਼ਰੀਏ ਆਪਾਂ ਕੀ ਕਰਦੇ ਹਾਂ ਇੱਕ ਇੰਟਰਨੈਟ ਕੀ ਕਰਦੇ ਹਾਂ ਐਕਸੈਸ ਕਰ ਸਕਦੇ ਹਾਂ। ਉਸ ਤੋਂ ਬਾਅਦ ਆ ਗਈ ਜੀ ISDN। ਠੀਕ ਹੈ ਜੀ, ਇੰਟੀਗ੍ਰੇਟਡ ਸਰਵਿਸ ਡਿਜੀਟਲ ਨੈਟਵਰਕ। ਠੀਕ ਹੈ, ਇੱਕ ISDN ਮੋਡਮ ਹੈ ਜੀ, ਇਸ ਦੇ ਨਾਲ ਵੀ ਇੱਕ ਟੈਲੀਫੋਨ ਤੁਹਾਨੂੰ ਨਜ਼ਰ ਆ ਰਿਹਾ ਹੈਗਾ ਕਨੈਕਟ ਕੀਤਾ ਹੋਇਆ। ਜਦੋਂ ਇਸਨੇ ਡਾਟਾ ਭੇਜਣਾ ਹੈ ISDN ਕੋਲ ਜਾਊਗਾ। ISDN ਕੀ ਹੈ ਜੀ, ਟੈਲੀਫੋਨ ਦੇ ਜ਼ਰੀਏ ਕੋਈ ਫੈਕਸ ਕਰਨੀ ਆਪਾਂ ਜਾਂ ਇਸ BRI ਲਾਈਨ ਤੋਂ ਆਪਾਂ ਕੋਈ ਡਾਟਾ ਮੰਗਵਾਉਣਾ ਹੈ ਤਾਂ ਕੀ ਕਰਾਂਗੇ ਆਪਾਂ ਜੀ ISDN ਦੀ ਵਰਤੋਂ। ਇਸ ਦੇ ਵਿੱਚ ਕੀ ਸਪੀਡ ਥੋੜੀ ਜ਼ਿਆਦਾ ਹੁੰਦੀ ਹੈਗੀ। ਠੀਕ ਹੈ ਜੀ, ਇਹ ਕੀ ਕਰਦਾ ਜੀ, ਪ੍ਰੋਸੈਸ ਆਫ ਕਨੈਕਟਿੰਗ ਟੂ ਸਰਵਰ ਟੂ ਐਕਸੈਸ ਦਾ ਇੰਟਰਨੈਟ ਇਜ਼ ਆਲਮੋਸਟ ਸੇਮ ਐਜ ਡਾਇਲ ਅਪ। ਠੀਕ ਹੈ, ਸਾਰਾ ਕੁਝ ਸੇਮ ਐਜ ਡਾਇਲ ਅਪ ਦੀ ਤਰ੍ਹਾਂ, ਬਟ ਇਹਦੀ ਸਪੀਡ ਕੀ ਥੋੜੀ ਜਿਹੀ ਅਪ ਹੁੰਦੀ ਹੈਗੀ। ਜਿਵੇਂ ਉਹਦੀ 64 KB ਹੈ, ਇਹਦੀ 128 KB ਹੈ, ਇਸ ਤਰ੍ਹਾਂ ਅਲੱਗ-ਅਲੱਗ ਚੈਨਲ ਦੇ ਵਿੱਚ ਡਿਵਾਈਡ ਕਰਕੇ ਆਪਾਂ ਨੂੰ ਕੀ ਡਾਟਾ ਕੀ ਕਰਦੇ ਹਾਂ ਐਕਸੈਸ ਕਰਦੇ ਹਾਂ ਫਰੋਮ ਇੰਟਰਨੈਟ। ਠੀਕ ਹੈ, ਉਸ ਤੋਂ ਬਾਅਦ ਗਈ ਡਾਇਰੈਕਟ ਇੰਟਰਨੈਟ ਐਕਸੈਸ, ਜਿਹਨੂੰ ਬੋਲਦੇ ਆਪਾਂ ਕੇਬਲ ਇੰਟਰਨੈਟ ਐਕਸੈਸ। ਆ ਤੁਸੀਂ ਦੇਖ ਸਕਦੇ ਹੋ ਆ ਇੰਟਰਨੈਟ ਦੀ ਵਰਲਡ ਵਾਈਡ ਵੈਬ ਜੋ ਤੁਸੀਂ ਦੇਖਦੇ ਹੋ ਇੰਟਰਨੈਟ, ਇੱਥੋਂ ਡਾਟਾ ਆ ਰਿਹਾ ਜੀ ਇੱਕ ਐਕਸਚੇਂਜ ਦੇ ਵਿੱਚ, ਜਿੱਥੋਂ ਡਾਟਾ ਇੱਕ ISP ਨੇ ਇੱਕ ਤਾਰ ਪਾਤੀ ਸਿੱਧੀ। ਠੀਕ ਹੈ, ਲੀਜ਼ ਲਾਈਨ ਮੋਡਮ ਜਿਹੜਾ ਕੀ ਹੈ ਉਸ ਕਲਾਇੰਟ ਦੇ ਘਰੇ ਜਾਊਗਾ, ਸਿੱਧੀ ਤਾਰ ਹੈਗੀ ਡਾਇਰੈਕਟ ਪਾਈ ਜਾਂਦੀ ਹੈ ਇਹ। ਠੀਕ ਹੈ, ਇਹਨੂੰ ਬੋਲਦੇ ਆਪਾਂ ਪਰਮਾਨੈਂਟ ਕਨੈਕਸ਼ਨ ਜੀ। ਜਿਹੜਾ ਪਰਮਾਨੈਂਟ ਦਾ ਮਤਲਬ ਕੀ ਹੈ, ਇੱਕ ਡੈਡੀਕੇਟਡ ਲਿੰਕ ਹੁੰਦਾ ਹੈ, ਮਤਲਬ ਇੱਕ ਹੋਮ ਤੇ ਇੱਕ ਜਿਹੜਾ ISP ਉਹਦੇ ਵਿੱਚ ਕੀ ਡੈਡੀਕੇਟਡ ਲਿੰਕ ਹੈ, ਕੋਈ ਹੋਰ ਲਿੰਕ ਨਹੀਂ ਹੁੰਦਾ। ਠੀਕ ਹੈ, ਤੁਸੀਂ ਦੇਖ ਸਕਦੇ ਹੋ ਲੀਜ਼ਡ ਲਾਈਨ ਬਾਈ ਐਗਰੋ। ਠੀਕ ਹੈ, ਓਗਰੋ ਦੁਆਰਾ ਕੀ ਇੱਕ ਲੀਜ਼ ਲਾਈਨ ਪਾਈ ਗਈ ਹੈ। ਠੀਕ ਹੈ, ਇਸ ਐਕਸਚੇਂਜ ਸਿੱਧੀ ਉਸੇ ਕਲਾਇੰਟ ਤੱਕ ਜਾ ਰਹੀ ਹੈਗੀ। ਇਹਦੀ ਸਪੀਡ ਕੀ ਹਾਈ ਹੁੰਦੀ ਹੈ, ਇਹਦੀ ਸਪੀਡ ਵੀ ਜੀ। ਪਰਮਾਨੈਂਟ ਕਨੈਕਸ਼ਨ ਹੈ ਜੀ ਬਿਟਵੀਨ ਕੰਪਿਊਟਰ ਸਿਸਟਮ। ਠੀਕ ਹੈ, ਇੰਟਰਨੈਟ ਲਾਈਕ CPU LAN ਜੋ ਵੀ ਹੈ। ਇਟ ਇਜ਼ ਏ ਜਰਨਲੀ ਯੂਜ਼ ਬਾਈ ਲਾਰਜ ਇੰਸਟੀਚਿਊਟ, ਮਤਲਬ ਬੜੇ ਬੜੇ ਇੰਸਟੀਚਿਊਟ ਆਰਗੇਨਾਈਜੇਸ਼ਨਾਂ ਦੁਆਰਾ ਇਹ ਵਰਤਿਆ ਜਾਂਦਾ ਹੈਗਾ, ਕਿਉਂਕਿ ਉੱਥੇ ਨੰਬਰ ਆਫ ਕੀ ਨੇ ਯੂਜ਼ਰਸ ਬੈਠੇ ਹੁੰਦੇ ਨੇ, ਉਹਨਾਂ ਦੇ ਆਫਿਸ ਦੇ ਵਿੱਚ ਬਹੁਤ ਸਾਰੇ ਇੰਪਲਾਈਜ਼ ਹੁੰਦੇ ਨੇ, ਉਹਨਾਂ ਨਾਲ ਕੀ ਹੈ ਡਾਟੇ ਦੀ ਕੀ ਹੈ ਐਕਸੈਸ ਕਰਨ ਦੀ ਕੀ ਸਪੀਡ ਕੀ ਹੈ ਜ਼ਿਆਦਾ ਚਾਹੀਦੀ ਹੁੰਦੀ ਹੈ ਉੱਥੇ। ਠੀਕ ਹੈ, ਉਸ ਦੇ ਲਈ ਆਪਾਂ ਛੋਟੇ ਮੋਟੇ ਜਿਹੜੇ ਆਪਣੇ
ਆਮ ਘਰਾਂ ਦੇ ਵਿੱਚ ਯੂਜ਼ ਕਰਦੇ, ਜਿਵੇਂ ਡਾਟਾ ਕਾਰਡ ਹੋਇਆ, ਇਸ ਤਰ੍ਹਾਂ ਦੇ ਆਪਾਂ ਛੋਟੀ ਜਿਹੜੀ ਡਿਵਾਈਸਾਂ ਨੇ ਘੱਟ ਯੂਜ਼ ਕਰਦੇ ਆ, ਉੱਥੇ ਡਾਇਰੈਕਟ ਇੱਕ ਪਰਮਾਨੈਂਟ ਐਕਸੈਸ ਲੈਣੇ ਹੁੰਦੇ ਆਪਾਂ, ਤਾਂ ਜੋ ਕੀ ਕੋਈ ਦਿੱਕਤ ਨਾ ਆਵੇ। ਠੀਕ ਹੈ, ਜਿਵੇਂ ਆਪਣੇ ਬੈਂਕਾਂ ਦੇ ਵਿੱਚ ਹੋ ਗਿਆ, ਉੱਥੇ ਵੀ ਸਿਕਿਉਰਿਟੀ ਲਾਈਨ ਪਾਈ ਹੁੰਦੀ ਹੈ ਡਾਇਰੈਕਟਲੀ। ਠੀਕ ਹੈ, ਕਿਉਂਕਿ ਬੈਂਕਿੰਗ ਦਾ ਕੰਮ ਸਿਸਟਮ ਕੀ ਹੈ, ਟ੍ਰਾਂਜੈਕਸ਼ਨ ਇੰਟਰਪਸ਼ਨ ਨਾ ਹੋਵੇ, ਕੋਈ ਰੁਕੇ ਨਾ, ਠੀਕ ਹੈ, ਟਰਮੀਨੇਟ ਨਾ ਹੋਵੇ ਕੋਈ ਚੀਜ਼। ਇਸ ਤਰ੍ਹਾਂ ਆਪਾਂ ਜਿੱਥੇ ਆਪਾਂ ਨੂੰ ਜ਼ਿਆਦਾ ਸਿਕਿਉਰਿਟੀ ਯੂਜ਼ ਹੈ, ਠੀਕ ਹੈ, ਇੰਟਰਨੈਟ ਐਕਸੈਸ ਦੀ ਜ਼ਰੂਰਤ ਹੈ, ਉੱਥੇ ਆਪਾਂ ਕੀ ਕਰਦੇ ਜੀ, ਲੀਜ਼ਡ ਲਾਈਨ ਵਰਤੋਂ ਚੱਲੇ ਹੁੰਦੇ ਹਾਂ। ਠੀਕ ਹੈ, ਉਸ ਤੋਂ ਬਾਅਦ ਡਿਜੀਟਲ ਸਬਸਕ੍ਰਾਈਬਰ ਲਾਈਨ, ਇਹ ਇੱਕ ਬ੍ਰੌਡਬੈਂਡ ਕਨੈਕਸ਼ਨ ਹੈ DSL, ਇਹ ਆਲਵੇਜ਼ ਔਨ ਰਹਿੰਦਾ ਹੈਗਾ, ਮਤਲਬ ਹਰ ਵੇ ਟਾਈਮ ਕੀ ਹੈ ਔਨ ਰਹੂਗਾ ਕਨੈਕਸ਼ਨ। ਇਸ ਦੇ ਵਿੱਚ ਕੀ ਇਟ ਕਨੈਕਟ ਯੂਰ ਹੋਮ ਔਰ ਆਫਿਸ ਟੂ ਦਾ ਇੰਟਰਨੈਟ ਥਰੂ ਸੇਮ ਟੈਲੀਫੋਨ। ਜਿਹੜੀ ਟੈਲੀਫੋਨ ਤੁਹਾਨੂੰ ਦੱਸਿਆ ਪਹਿਲਾਂ, ਹਰ ਇੱਕ ਟੈਲੀਫੋਨ ਦੇ ਜ਼ਰੀਏ ਆਪਾਂ ਕੀ ਇੰਟਰਨੈਟ ਐਕਸੈਸ ਕਰਦੇ ਹਾਂ। ਜਿਵੇਂ ਤੁਹਾਡੀ ਜਿਹੜੀ ਟੈਲੀਫੋਨ ਦੀ ਲਾਈਨ ਹੈ ਕਿਸੇ ਪੋਲ ਤੋਂ ਆ ਰਹੀ ਹੈ ਟੈਲੀਫੋਨ ਲਾਈਨ, ਠੀਕ ਹੈ, ਕੋਈ ਗਲੀ ਤੋਂ ਆ ਰਹੀ ਹੈ ਜੀ, ਉਸੇ ਤਰ੍ਹਾਂ ਤੁਸੀਂ ਕੀ ਜਿਹੜੀ ਕੋਲ ਹੈਗੀ ਉਹਨੂੰ ਰਿਸੀਵ ਕਰ ਸਕਦੇ ਹੋ। ਜਦੋਂ ਤੁਹਾਡਾ ਇੰਟਰਨੈਟ ਕਨੈਕਟ ਹੈ ਤਾਂ ਵੀ ਤੁਸੀਂ ਕੀ ਇੱਕ ਕੋਲ ਨੂੰ ਕੀ ਕਰ ਸਕਦੇ ਹੋ, ਰਿਸੀਵ ਕਰ ਸਕਦੇ ਹੋ। ਡਿਫਰੈਂਸ ਕੀ ਕਹਿੰਦੇ DSL ਤੇ ਡਾਇਲ-ਅਪ ਦੇ ਵਿੱਚ, DSL ਇੰਟਰਨੈਟ ਕਨੈਕਸ਼ਨ ਕੇ ਯੂਜ਼ ਹਾਈ ਸਪੀਡ ਡੈਡੀਕੇਟਡ ਸਰਕਟ ਫਿਲਟਰਿੰਗ ਸਟੈਂਡਰਡ ਫੋਨ ਕਾਲਸ ਐਂਡ ਇੰਟਰਨੈਟ ਸਿਗਨਲ। ਤੁਹਾਡਾ ਸਪੀਡ ਵੀ ਥੋੜੀ ਬੈਸਟ ਹੋਊ, ਕਿਉਂਕਿ ਇੱਕ ਡੈਡੀਕੇਟਡ ਲਿੰਕ ਹੁੰਦਾ ਗਾ। ਠੀਕ ਹੈ, ਤੁਹਾਡੇ ਫੋਨ ਕਾਲਸ ਨੂੰ ਇੰਟਰਪਸ਼ਨ ਨੂੰ ਰਿਡਿਊਸ ਕਰਦਾ ਹੈ। ਠੀਕ ਹੈ, ਇਹ ਸੀ ਆਪਣੇ ਵਾਇਰ ਦੇ ਜਿਹੜੇ ਇੰਟਰਨੈਟ ਕਨੈਕਟੀਵਿਟੀ ਸੀ ਤੁਹਾਡੀ, ਕਿ ਜਿਸ ਦੇ ਵਿੱਚ ਵਾਇਰਿੰਗ ਕੀ ਯੂਜ਼ ਕੀਤੀ ਜਾਂਦੀ ਹੈ। ਮੋਡਮ ਤੁਸੀਂ ਦੇਖ ਸਕਦੇ ਹੋ, ਇਸ ਤਰ੍ਹਾਂ ਮੋਡਮ ਨੇ, ਇੱਕ ਵਾਈਫਾਈ ਰਾਊਟਰਸ ਨੇ, ਠੀਕ ਹੈ, ਜਿਹੜੇ ਐਂਟੀਨੇ ਲੱਗੇ ਨੇ, ਇਹਨਾਂ ਨੂੰ ਬੋਲਦੇ ਆਪਾਂ ਐਂਟੀਨਾ। ਵਾਈਫਾਈ ਰਾਊਟਰ ਵੀ ਹੈ ਇਸ ਦੇ ਵਿੱਚ, ਨਾਲ ਹੀ ਐਂਟੀਨਾ ਐਜ ਕੰਮ ਕਰ ਰਿਹਾ ਇਹ ਕੇਬਲ ਮੋਡਮਸ ਦੇ ਪੋਰਟਸ। ਉਸ ਤੋਂ ਬਾਅਦ ਤੁਹਾਨੂੰ ਮੈਂ ਇੱਕ ਬਾਈਮੈਕਸ ਤੇ ਵਾਈਫਾਈ ਰਾਊਟਰ ਦੇ ਉਸ ਦਿਨ ਵੀ ਦਿਖਾਏ ਸੀ। ਠੀਕ ਹੈ, ਆ ਮੋਡਮ ਹੈ ਜੇ ਵਾਈਫਾਈ ਰਾਊਟਰ ਹੈ, ਠੀਕ ਹੈ, ਆ ਬਾਈਮੈਕਸ ਹੈਗਾ, ਠੀਕ ਹੈ, ਨਾਲੇ ਵਾਈਫਾਈ ਦਾ ਕੰਮ ਕਰ ਰਿਹਾ ਹੈ। ਦੋ ਤਰ੍ਹਾਂ ਦੇ ਹੁੰਦੇ ਨੇ, ਇਹ ਆਊਟਡੋਰ ਹੈ ਵਾਈਮੈਕਸ, ਠੀਕ ਹੈ, ਬਾਕਸ ਲੱਗਿਆ ਹੁੰਦਾ ਉੱਪਰ ਛੱਤ ਤੇ, ਠੀਕ ਹੈ, ਪੋਲ ਨਾਲ ਬੰਨਿਆ ਹੁੰਦਾ ਹੈਗਾ, ਜਿਵੇਂ ਆਪਣੀ ਡਿਸ਼ ਹੁੰਦੀ ਹੈਗੀ ਐਂਟੀਨਾ, ਡਿਸ਼ ਐਂਟੀਨਾ, ਉਸ ਤਰ੍ਹਾਂ ਦੇ ਯੂਜ਼ ਕੀਤਾ ਜਾਂਦਾ ਹੈ। ਠੀਕ ਹੈ, ਇਹ ਐਂਟੀਨਾ ਪੈਨ ਪੋਰਟ, ਲੈਂਡ ਪੋਰਟ, ਜਿੱਥੇ ਆਪਾਂ ਕੇਬਲ ਪਾਉਂਦੇ ਹੈਗੇ ਆਪਣੇ ਸਿਸਟਮ ਤੋਂ। ਠੀਕ ਹੈ ਜੀ, ਜੇ ਕਿਸੇ ਵੀ ਆਪਣੇ ਸਿਸਟਮ ਤੋਂ ਲੈ ਕੇ ਟੈਲੀਫੋਨ ਜਰੀਏ ਕੋਈ ਵੀ ਇੰਟਰਨੈਟ ਕਨੈਕਟ ਕਰਨਾ ਹੈ ਤਾਂ ਆਪਾਂ ਇੱਥੇ ਲੈਂਡ ਪੋਰਟ ਪਾਉਂਦੇ, ਕੇਬਲ ਪਾਉਂਦੇ ਲੈਂਡ, ਜਿਹਦਾ ਕਨੈਕਟਰ ਹੁੰਦਾ RJ45। ਠੀਕ ਹੈ ਜੀ, ਆ ਇੱਕ ਟੈਲੀਫੋਨ ਇਹਦੇ ਨਾਲ ਕਨੈਕਸ਼ਨ ਕੀਤਾ ਹੋਇਆ ਜੀ, ਬਰੋਡਬੈਂਡ ਸਿਸਟਮ ਹੈ। ਤਾਂ ਵੱਖ-ਵੱਖ ਤਰ੍ਹਾਂ ਦੇ ਅਵੇਲੇਬਲ ਨੇ ਮਾਰਕੀਟ ਦੇ ਵਿੱਚ, ਜਿਵੇਂ ਦੇਖੋ ਬਾਈਮੈਕਸ ਆਊਟਡੋਰ ਹੈ, ਇਨਡੋਰ ਹੁੰਦਾ ਜਿਹੜਾ ਅੰਦਰ ਆਪਾਂ ਕਮਰੇ ਦੇ ਵਿੱਚ ਯੂਜ਼ ਕਰਦੇ ਹਾਂ। ਠੀਕ ਹੈ, ਆਪਣੇ ਕੋਲ ਆਊਟਡੋਰ ਜਿਹੜਾ ਛੱਤ ਜਾਂ ਬਾਹਰ ਆਪਣੇ, ਜਿਵੇਂ ਇਨਡੋਰ ਗੇਮਸ ਹੁੰਦੇ ਨੇ, ਆਊਟਡੋਰ ਗੇਮਸ। ਠੀਕ ਹੈ ਜੀ, ਤਾਂ ਜਿਹੜਾ ਡਾਇਲ-ਅਪ ਸੀ ਜੀ, ਉਹ ਦੇਖੋ ਤੁਸੀਂ, ਤੁਹਾਨੂੰ ਇੱਕ ਕਨੈਕਸ਼ਨ ਦੇ ਦੇਣਗੇ, ਤੁਹਾਨੂੰ ਇੱਕ ਇਸ ਤਰ੍ਹਾਂ ਕੀ ਦੇਣਗੇ ਜੀ, ਉਹ ਇੱਕ ਯੂਜ਼ਰ ਨੇਮ ਦੇਣਗੇ। ਜਿਹੜਾ ਡਾਇਲ-ਅਪ ਜਿਹੜਾ ਇੰਟਰਨੈਟ ਕਨੈਕਸ਼ਨ ਹੈ ਜੀ, ਉਸ ਦੇ ਵਿੱਚ ਤੁਹਾਨੂੰ ਇੱਕ ਇੰਟਰਨੈਟ ਕੀ ਹੈ ਜੀ ਦੇ ਚਲਾਉਣ ਦੇ ਲਈ ਤੁਹਾਨੂੰ ਇੱਕ ਯੂਜ਼ਰ ਨੇਮ ਦਿੱਤਾ ਜਾਊ, ਇੱਕ ਪਾਸਵਰਡ ਦਿੱਤਾ ਜਾਊ। ਉਹ ਕੌਣ ਦੇਊਗਾ ਜੀ, ISP, ਜਿਵੇਂ BSNL ਦੇ ਸਕਦੀ ਹੈ, ਏਅਰਟੈਲ ਦੇਊਗੀ, ਤੁਹਾਨੂੰ ਇੱਕ ਯੂਜ਼ਰ ਨੇਮ ਪਾਸਵਰਡ ਦੱਸਣਗੇ ਉਹਦਾ। ਠੀਕ ਹੈ, ਜਿਹਦੇ ਨਾਲ ਤੁਸੀਂ ਕੀ ਕਰ ਸਕਦੇ ਹੋ, ਡਾਟਾ ਐਕਸੈਸ ਕਰਦੇ ਹੋ ਥਰੂ ਇੰਟਰਨੈਟ। ਠੀਕ ਹੈ, ਇਸ ਤਰ੍ਹਾਂ ਆਪਾਂ ਕਨੈਕਸ਼ਨ ਐਸਟੈਬਲਿਸ਼ ਕਰਕੇ ਠੀਕ ਹੈ, ਆਪਾਂ ਚੈੱਕ ਕਰ ਦਿੰਦੇ ਹਾਂ। ਆ ਲੈਂਡ ਦੇ ਤੇ ਦੋ, ਜਿਵੇਂ ਆ ਵਾਈਫਾਈ ਦਾ, ਠੀਕ ਹੈ ਜੀ, ਵਾਈਫਾਈ ਦਾ। ਠੀਕ ਹੈ, ਇੱਥੋਂ ਆਪਾਂ ਫਾਈਂਡ ਆਊਟ ਕਰਦੇ ਨੇ ਕਿਹੜੇ ਕਿਹੜੇ ਕਨੈਕਸ਼ਨ ਕਿਹਨੇ ਐਸਟੈਬਲਿਸ਼ ਨੇ, ਮਤਲਬ ਇਸਦੀ ਰੇਂਜ ਦੇ ਵਿੱਚ ਨੇ। ਠੀਕ ਹੈ, ਇਸ ਟਾਈਮ 1 ਹੈ, 1 ਹੀ ਹੈ, ਇਸ ਕਰਕੇ ਕਨੈਕਟ ਹੈ। ਦੇਖੋ ਠੀਕ ਹੈ, ਇਹ ਸੀ ਆਪਣੇ ਜੀ ਇੱਕ ਇੰਟਰਨੈਟ ਕਨੈਕਟੀਵਿਟੀ ਦੀਆਂ ਕਿਸਮਾਂ ਨੇ। ਹੁਣ ਆਪਾਂ 3G ਬਾਈਮੈਕਸਿਸ ਤੇ ਗੱਲ ਕਰਦੇ ਹਾਂ। ਇੱਕ ਆਪਾਂ ਵਿਜ਼ੂਅਲਾਈਜੇਸ਼ਨ ਦੀ ਕਰ ਲਈ। 3G 3 ਮੀਨਸ ਤੁਹਾਨੂੰ ਪਤਾ ਥਰਡ, G ਮੀਨਸ ਜਨਰੇਸ਼ਨ। ਠੀਕ ਹੈ, ਜਿਵੇਂ ਆਪਣੀ ਕੰਪਿਊਟਰ ਦੀ ਜਨਰੇਸ਼ਨ ਹੈ 1 by 1 ਕੋਈ ਮੋਡਲ ਜਾਂ ਵਰਜ਼ਨਸ ਕਹਿ ਦਿੰਦੇ ਹਾਂ। ਠੀਕ ਹੈ, ਕੁਝ ਨਾ ਕੁਝ ਮੋਡੀਫਿਕੇਸ਼ਨ ਦੇ ਜ਼ਰੀਏ ਆਪਾਂ ਨੂੰ ਇੱਕ ਅਲੱਗ ਨਾਮ ਦੇ ਦਾਂਗੇ। ਠੀਕ ਹੈ, ਜਿਵੇਂ 3G 4G 5G, ਜਿਵੇਂ ਜਿਵੇਂ ਆਪਾਂ ਉਸ ਦੇ ਵਿੱਚ ਕੁਝ ਮੋਡੀਫਿਕੇਸ਼ਨ ਹੁੰਦੀ ਹੈ, ਕੋਈ ਇੰਪਰੂਵਮੈਂਟ ਹੋਊਗੀ, ਜਿਵੇਂ ਸਪੀਡ ਦੀ ਹੋ ਗਈ ਇੰਪਰੂਵਮੈਂਟ, ਕੋਈ ਐਕਸੈਸ ਦੀ ਹੋ ਗਈ ਇੰਪਰੂਵਮੈਂਟ, ਕਿ ਉਹਦੇ ਨਾਲ ਬਹੁਤ ਜ਼ਿਆਦਾ ਜਿਹੜੀਆਂ ਡਿਵਾਈਸਾਂ ਨੇ ਕਨੈਕਟ ਹੋ ਸਕਦੀਆਂ ਨੇ।
एक एक स्टैंडर्ड का एक सैट है जी जो मोबाइल डिवाइस ਅਤੇ मोबाइल दूर संचार सेवा ਅਤੇ ਨੈਟਵਰਕਾਂ ਲਈ ਵਰਤੇ ਗਏ ਨੇ। ਹਾਈ ਸਪੀਡ ਡਾਊਨਲੋਡ ਲਿੰਕ ਪੈਕਟ ਐਕਸੈਸ ਆ ਤੁਸੀਂ ਦੇਖਦੇ ਹੋਵੋਗੇ HSDPA ਜਾਂ H ਬਣੀ ਹੁੰਦੀ H+ ਬਣੀ ਹੁੰਦੀ ਹੈ ਕਈ ਵਾਰ ਫੋਨਸ ਤੇ, ਠੀਕ ਹੈ। 3G मोबाइल टेलीफोनी संचार प्रोटोकॉल है जो उच्च डाटा संचार गति, ठीक है, जिसका पूरा नाम है हाई डाटा ट्रांसफर स्पीड ਸਮਰੱਥਾ ਦੀ ਆਗਿਆ ਦਿੰਦਾ ਹੈ। ਜੇਕਰ ਤੁਹਾਡੇ ਮੋਬਾਈਲ ਦੇ ਉੱਤੇ 3G ਸਹਾਇਤਾ ਉਪਲਬਧ ਹੈ ਤਾਂ ਤੁਹਾਨੂੰ ਆਪਣੇ ISP ਨਾਲ ਆਪਣੇ ਫੋਨ ਉੱਤੇ ਹਾਈ ਸਪੀਡ ਇੰਟਰਨੈਟ ਕਨੈਕਸ਼ਨ ਪ੍ਰਾਪਤ ਕਰਨ ਲਈ 3G ਕਨੈਕਟੀਵਿਟੀ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਤੁਸੀਂ ਜਦੋਂ ਇੰਟਰਨੈਟ ਪੁੱਤਰ ਕਨੈਕਟ ਕਰਦੇ ਹੋ ਤੁਹਾਡੇ ਕੋਲ ਉੱਥੇ ਲਿਖਿਆ ਹੁੰਦਾ 2G 3G 4G ਰਿਕਮੈਂਡ, ਤੁਸੀਂ ਕਦੇ ਸੈੱਟ ਕੀਤੀ ਸੈਟਿੰਗਾਂ ਦੇ ਵਿੱਚ ਦੇਖਿਓ, ਠੀਕ ਹੈ। ਕਨੈਕਸ਼ਨ ਦੇ ਵਿੱਚ ਉੱਥੇ ਲਿਖਿਆ ਹੁੰਦਾ 2G 3G 4G ਬਾਈ ਡਿਫਾਲਟ ਰਿਕਮੈਂਡ ਲਿਖਿਆ ਹੁੰਦਾ ਉੱਥੇ। ਰਿਕਮੈਂਡ ਦਾ ਕੀ ਹੈ, ਜੇ ਤੁਹਾਡੇ ਕੋਲ 4G ਹੈ ਤਾਂ ਉਹਨੂੰ ਪਹਿਲਾਂ ਪ੍ਰੈਫਰੈਂਸ ਦੇਣੀ ਸੀ, ਰਿਕਮੈਂਡ ਕਰਨਾ ਪਹਿਲਾਂ, ਨਹੀਂ ਆਪਣੇ ਆਪ ਕੀ ਉਹ 3G ਵਿੱਚ ਚੇਂਜ ਹੋ ਜਾਂਦਾ ਜਾਂ E ਬਣ ਕੇ ਆਉਂਦੀ ਹੈ, ਤੁਸੀਂ ਦੇਖਿਓ ਆਮ। आगे जी बाईमैक्स का पूरा नाम है वर्ल्ड वाइड इंटरऑपरेबिलिटी फॉर माइक्रोवेव एक्सेस। एक संचार वायरलैस स्टैंडर्ड है, ਤੁਹਾਨੂੰ ਪਤਾ ਹੈ ਸੰਚਾਰ ਕਰਨੇ ਨੇ ਇੱਕ ਵਾਇਰਲੈਸ ਦੀ ਤਰ੍ਹਾਂ ਕਰਨਾ ਹੈ ਜਿਹਦੇ ਵਿੱਚ ਤਾਰਾਂ ਆਪਾਂ ਕੀ ਨਹੀਂ ਯੂਜ਼ ਕਰਦੇ, ਜੋ ਕਿ ਕਈ ਕਿਸਮਾਂ ਦੇ ਡਿਵਾਈਸ ਨੇ ਦੇ ਰਾਹੀਂ ਸ਼ਹਿਰਾਂ ਤੇ ਦੇਸ਼ਾਂ ਦੇ ਵਿੱਚ ਕਿ ਮੋਬਾਈਲ ਬ੍ਰੌਡਬੈਂਡ ਕਨੈਕਟੀਵਿਟੀ ਨੂੰ ਕੀ ਮੁਹੱਈਆ ਕਰਵਾਉਣ ਲਈ ਤਿਆਰ ਕੀਤਾ ਗਿਆ ਹੈ। ਤੁਹਾਨੂੰ ਡਿਵਾਈਸਾਂ ਦਿਖਾ ਵੀ ਦਿੱਤੀਆਂ ਹੈ ਇਨਡੋਰ ਅਤੇ ਆਊਟਡੋਰ। ਬਾਈਮੈਕਸ ਇੱਕ ਲੰਬੀ ਰੇਂਜ ਦਾ ਸਿਸਟਮ ਹੈ ਜੋ ਕਈ ਕਿਲੋਮੀਟਰ ਨੂੰ ਕਵਰ ਕਰ ਸਕਦਾ ਹੈ। ਖਾਸ ਤੌਰ ਦੇ ਉੱਤੇ ਵਰਤਿਆ ਜਾਂਦਾ ਹੈ ਜਿੱਥੇ DSL ਜਾਂ ਕੇਬਲ ਇੰਟਰਨੈਟ ਐਕਸੈਸ ਨਹੀਂ ਯੂਜ਼ ਹੁੰਦੇ, ਮਤਲਬ ਹਿਲ ਸਟੇਸ਼ਨ ਦੇ ਵਿੱਚ ਨਹੀਂ ਯੂਜ਼ ਹੁੰਦੇ, ਠੀਕ ਹੈ। ਉੱਥੇ ਆਪਾਂ ਇਸ ਚੀਜ਼ ਨੂੰ ਕੀ ਹੈ ਵਰਤ ਸਕਦੇ ਈਜ਼ੀਲੀ, ਠੀਕ ਹੈ। ਹੁਣ ਪਹਾੜਾਂ ਦੇ ਵਿੱਚ ਨਹੀਂ ਕੇਬਲਿੰਗ ਕਈ ਵਾਰ ਨਹੀਂ ਯੂਜ਼ ਹੁੰਦੀ ਤਾਂ, ਠੀਕ ਹੈ, ਤਾਂ ਉੱਥੇ ਆਪਾਂ ਇਹਨਾਂ ਚੀਜ਼ਾਂ ਨੂੰ ਕੀ ਵਰਤ ਦੇ ਵਿੱਚ ਲਿਆਉਂਦੇ ਹਾਂ। ਵਾਈਫਾਈ ਦਾ ਪੂਰਾ ਨਾਮ ਕੀ ਹੈ ਵਾਇਰਲੈਸ ਫਾਈਡਲਿਟੀ। ਇੱਕ ਪ੍ਰਸਿੱਧ ਟੈਕਨੋਲੋਜੀ ਹੈ, ਫੇਮਸ ਟੈਕਨੋਲੋਜੀ ਹੈ ਪਪੂਲਰ, ਜੋ ਕਿ ਇਲੈਕਟ੍ਰੋਨਿਕ ਡਿਵਾਈਸ ਜਿਵੇਂ ਕੰਪਿਊਟਰ ਮੋਬਾਈਲ ਫੋਨ ਨੂੰ ਹਾਈ ਸਪੀਡ ਇੰਟਰਨੈਟ ਕਨੈਕਸ਼ਨ ਦੇ ਨਾਲ ਨੈਟਵਰਕ ਦੇ ਉੱਤੇ ਡਾਟਾ ਐਕਸਚੇਂਜ ਕਰਨ ਦੀ ਕੀ ਦਿੰਦਾ ਜੀ ਆਗਿਆ ਦਿੰਦੀ ਹੈ। ਹੁਣ ਮਤਲਬ ਤੁਸੀਂ ਡਾਟਾ ਮਤਲਬ ਚੈਟਿੰਗ ਕਰਦੇ ਹੋ, ਕੁਝ ਵੀ ਕਰ ਰਹੇ ਹੋ, ਡਾਟਾ ਹੀ ਕਰ ਰਹੇ ਹੋ ਨਾ, ਟ੍ਰਾਂਸਫਰ ਇੱਕ ਤਰ੍ਹਾਂ ਐਕਸਚੇਂਜ ਕਰ ਰਹੇ ਹੋ, ਕੋਈ ਸ਼ੇਅਰ ਕਰ ਰਹੇ ਹੋਗੇ, ਠੀਕ ਹੈ, ਹਾਈ ਸਪੀਡ ਦੇ ਵਿੱਚ ਕਰ ਰਹੇ ਹੋਗੇ, ਕੋਈ ਐਕਸੈਸ ਕਰ ਰਹੇ ਹੋ, ਵੀਡੀਓ ਡਾਊਨਲੋਡ ਕਰ ਰਹੇ ਹੋਗੇ, ਠੀਕ ਹੈ। ਤੁਹਾਡਾ ਪਰਸਨਲ ਕੰਪਿਊਟਰ ਵੀ ਹੋ ਸਕਦਾ ਇਸ ਦੇ ਵਿੱਚ, ਸਮਾਰਟਫੋਨ ਵੀ ਆਪਾਂ ਉਸ 'ਤੇ ਵੀ ਚਲਾ ਸਕਦੇ ਹਾਂ, ਵੀਡੀਓ ਗੇਮ ਕੰਸੋਲ ਕਰ ਸਕਦੇ ਹਾਂ ਆਪਾਂ। ਇਹ ਕਿਹਦੇ ਨਾਲ ਹੁੰਦਾ, ਇੱਕ ਵੈਬ ਸਿਸਟਮ ਹੁੰਦਾ, ਪਤਾ ਇਹਦੇ ਨਾਲ ਵੈਬ ਰਾਹੀਂ ਕਿ ਆਪਾਂ ਇੰਟਰਨੈਟ ਨਾਲ ਜੁੜ ਸਕਦੇ ਹਾਂ, ਜਿਹੜਾ ਕਿ ਤੁਹਾਨੂੰ ਇੱਕ ਵਾਇਰਲੈਸ ਐਕਸੈਸ ਪੁਆਇੰਟ ਦੇ ਰਾਹੀਂ ਕਿ ਆਪਾਂ ਉਸ ਕਨੈਕਸ਼ਨ ਨੂੰ ਕੀ ਕਰਦੇ ਹਾਂ ਕਨੈਕਟ ਕਰਦੇ ਹਾਂ। ਜੇ ਤੁਹਾਡੇ ਲਵੇ ਇੱਕ ਤੁਸੀਂ ਆਪਣਾ ਹੌਟਸਪੌਟ ਹੈ ਉਸ ਦਾ ਜਦੋਂ ਪਾਸਵਰਡ ਦੱਸਦੇ ਹੋ, ਕਈਆਂ ਨੂੰ ਕੀ ਨਨ ਲਿਖਿਆ ਹੁੰਦਾ ਉੱਥੇ ਆਪਣੇ ਆਪ ਕਨੈਕਸ਼ਨ ਔਨ ਕਰਨ ਤੇ, ਕਈਆਂ ਨੂੰ ਕੀ ਪਾਸਵਰਡ ਪੁੱਛਦਾ ਉਹ, ਠੀਕ ਹੈ। ਉਹ ਸਿਕਿਉਰਿਟੀ ਪ੍ਰੋਵਾਈਡ ਕਰਦਾ, WEP ਵੈਪ ਹੁੰਦਾ ਉਹ, ਠੀਕ ਹੈ। ਦੋ ਤਰ੍ਹਾਂ ਦੀ ਹੈ ਕੀਜ਼ ਆਪਾਂ ਯੂਜ਼ ਕਰ ਸਕਦੇ ਹਾਂ ਉੱਤੇ। ਜੇ ਆਪਾਂ ਉਸ ਕੀ ਨੂੰ ਭਰਾਂਗੇ ਤਾਂ ਹੀ ਆਪਾਂ ਕੀ ਕਨੈਕਟ ਹੋ ਸਕਦੇ ਹਾਂ, ਅਦਰਵਾਈਜ਼ ਕੀ ਆਪਾਂ ਕਨੈਕਟ ਨਹੀਂ ਹੁੰਦਾ। ਉੱਥੇ ਸੈਟਿੰਗ ਕਰਨੀ ਪੈਂਦੀ, ਨਨ ਲਿਖਿਆ ਹੁੰਦਾ ਜਾਂ ਆਪਾਂ ਕੀ ਨਾਲ ਉਹਨੂੰ ਐਕਸੈਸ ਕਰਵਾਉਣਾ, ਠੀਕ ਹੈ। ਤੇ ਆਪਣੇ ਲੋਵੇ ਉੱਪਰ ਮੋਬਾਈਲ ਦੇ ਉੱਪਰ ਨੋਟੀਫਿਕੇਸ਼ਨ ਵੀ ਦਿਖਾ ਰੱਖੇ ਹੁੰਦੇ ਆ ਕਿ ਵਨ ਡਿਵਾਈਸਡ ਕਨੈਕਟ, ਆਪਾਂ ਉੱਥੋਂ ਘਟਾ ਵੀ ਸਕਦੇ ਹਾਂ, ਠੀਕ ਹੈ, ਬੰਦ ਵੀ ਕਰ ਸਕਦੇ ਹਾਂ, ਸੈਟਿੰਗ ਨੂੰ ਡਿਸੇਬਲ ਵੀ ਕਰ ਸਕਦੇ ਹਾਂ। ਵੱਖ ਆਪਾਂ ਸੈਟਿੰਗਾਂ ਨੂੰ ਕੀ ਕਰ ਸਕਦੇ ਹਾਂ ਯੂਜ਼ ਕਰਕੇ ਆਪਣਾ ਕਨੈਕਸ਼ਨ ਕੀ ਹੈ ਕਨੈਕਟ ਵੀ ਕਰਵਾ ਸਕਦੇ ਹਾਂ ਅਤੇ ਡਿਸਕਨੈਕਟ ਵੀ ਕਰ ਸਕਦੇ ਹਾਂ, ਉਹ ਤੁਹਾਡੇ 'ਤੇ ਡਿਪੈਂਡ ਹੈਗਾ। ਵਾਈਫਾਈ ਉੱਥੇ ਵਰਤੇ ਜਾਂਦੇ ਜਿੱਥੇ ਨੈਟਵਰਕ ਇੰਟਰਨੈਟ ਐਕਸੈਸ ਮੁਹੱਈਆ ਕਰਵਾਉਣ ਲਈ ਕੇਬਲਾਂ ਨਹੀਂ ਯੂਜ਼ ਹੁੰਦੀਆਂ, ਜਿਵੇਂ ਪੁਰਾਣੀ ਇਮਾਰਤਾਂ, ਬਾਹਰੀ ਖੇਤਰ ਹੈ ਜੀ, ਜਿਵੇਂ ਤੁਹਾਨੂੰ ਦੱਸੀ ਦਿੱਤੀ ਐਗਜ਼ਾਮਪਲ, ਠੀਕ ਹੈ ਜੀ। ਵੱਡੇ ਵੱਡੇ ਮੋਲਸ ਹੋ ਗਏ, ਅੱਜ ਕੱਲ੍ਹ ਰੇਲਵੇ ਸਟੇਸ਼ਨ 'ਤੇ ਆਮ ਤੁਹਾਨੂੰ ਦੇਖਣ ਨੂੰ ਮਿਲੂ, ਬਠਿੰਡਾ ਚਲੇ ਜਾਓ, ਦਿੱਲੀ, ਉੱਥੇ ਵਾਈਫਾਈ ਹੈ, ਤੁਸੀਂ ਆਮ ਚਲਾ ਸਕਦੇ ਹੋ, ਉੱਥੇ ਫ੍ਰੀ ਵਾਈਫਾਈ ਸਹੂਲਤ ਤੁਹਾਨੂੰ ਮਿਲੂਗੀ। ਬਸ ਉੱਥੇ ਤੁਹਾਨੂੰ ਆਪਣੇ ਮੋਬਾਈਲ ਦਾ ਇੱਕ ਨੰਬਰ ਭਰਨਾ ਪਊ, ਉੱਥੇ OTP ਆਊਗਾ, ਤੁਸੀਂ ਐਕਸੈਸ ਕਰ ਸਕਦੇ ਹੋ ਫ੍ਰੀ ਵਾਈਫਾਈ, ਠੀਕ ਹੈ। ਹੋਟਲਾਂ ਦੇ ਵਿੱਚ, ਕਾਲਜ ਦੇ ਵਿੱਚ, ਤੁਹਾਨੂੰ ਦਫ਼ਤਰਾਂ ਵਿੱਚ, ਠੀਕ ਹੈ, ਉੱਥੇ ਇਸ ਚੀਜ਼ ਦੀ ਕੀ ਆਮ ਵਰਤੋਂ ਕੀਤੀ ਜਾਂਦੀ ਹੈ। ਇਹਨੇ ਲਿਖਿਆ ਜਿਵੇਂ ਤੁਸੀਂ ਖਾਸ ਤੌਰ ਦੇ ਉੱਤੇ ਮੁਫਤ ਵੀ ਲੈ ਸਕਦੇ ਹੋ, ਪੈਸਿਆਂ ਦੇ ਵਿੱਚ ਵਾਈਫਾਈ ਐਕਸੈਸ ਕਰਦੇ। ਹੁਣ ਆਪਾਂ ਫਰੈਂਡ ਸਰਕਲ ਦੇ ਵਿੱਚ ਕਹਿੰਦੇ ਲੈ ਵੀ ਹੌਟਸਪੌਟ ਔਨ ਕਰਦੇ, ਆਪਾਂ ਉੱਥੇ ਕਿਹੜਾ ਪੈਸੇ ਦਿੰਦੇ ਕੋਈ, ਠੀਕ ਹੈ ਨਾ, ਮੁਫਤ ਵਿੱਚ ਐਕਸੈਸ ਕਰਦੇ ਨਾ ਡਾਟਾ। ਤਾਂ ਇੰਟਰਨੈਟ ਦੇ ਉੱਤੇ ਡਾਟਾ ਸੰਚਾਰ ਕਰਨਾ ਜੀ, ਡਾਟਾ ਸੰਚਾਰ ਦਾ ਮਤਲਬ ਕਮਿਊਨੀਕੇਸ਼ਨ ਕਰਨੀ, ਡਾਟਾ ਟ੍ਰਾਂਸਫਰ ਕਰਨਾ ਹੈਗਾ ਇੰਟਰਨੈਟ ਦੇ ਜ਼ਰੀਏ, ਆਪਾਂ ਗੱਲ ਕਰਨੀ ਇੱਕ ਦੂਜੇ ਨਾਲ, ਠੀਕ ਹੈ। ਤੁਸੀਂ ਹੈਰਾਨ ਹੋਏ ਹੋਵੋਗੇ ਕਿ ਕਿਵੇਂ ਦੁਨੀਆ ਦੇ ਇੱਕ ਕੋਨੇ ਵਿੱਚ ਬੈਠ ਕੇ ਤੁਸੀਂ ਕੁਝ ਸਕਿੰਟਾਂ ਦੇ ਵਿੱਚ ਦੂਜੇ ਖੇਤਰ ਤੋਂ ਜਾਣਕਾਰੀ ਪ੍ਰਾਪਤ ਕਰ ਰਹੇ ਹੋ, ਹੈ ਨਾ।
ਤੇ ਡਾਟਾ ਆਉਂਦਾ ਕਿਵੇਂ ਹੈ, ਡਾਟਾ ਜਾਂਦਾ ਕਿਵੇਂ ਹੈ, ਕਿਸ ਤਰ੍ਹਾਂ ਸਰਵਰ ਕ੍ਰੀਏਟ ਹੋ ਰਹੇ ਨੇ ਉੱਥੇ ਬਣੇ ਨੇ, ਕੋਈ ਨਾ ਕੋਈ ਤਾਂ ਮੈਨੇਜ ਕਰ ਰਿਹਾ ਨਾ। ਤਾਂ ਵੱਖ-ਵੱਖ ਕੰਪਨੀਆਂ ਕੀ ਨੇ ਇਸ ਚੀਜ਼ ਨੂੰ ਹੈਂਡਲ ਕਰ ਰਹੀਆਂ ਨੇ। ਤਾਂ ਡਾਟਾ ਇਨਕ੍ਰਿਪਟ ਹੋ ਰਿਹਾ, ਡਾਟਾ ਸਟੋਰ ਹੋ ਰਿਹਾ ਨਾ ਕਿਤੇ ਹੋ, ਠੀਕ ਹੈ ਜੀ। ਜਿਵੇਂ ਆਪਾਂ ਖੁਦ ਗੂਗਲ ਡਰਾਈਵ ਤੇ ਕੁਝ ਡਾਟਾ ਕੀ ਸਟੋਰ ਕਰ ਲੈਣੇ ਆ, ਤਾਂ ਕਹਿੰਦੇ ਡਾਟਾ ਕਿਸ ਫਾਰਮ 'ਚ ਜਾਂਦਾ ਪਹਿਲਾਂ ਤਾਂ ਦੇਖੋ ਕਹਿੰਦੇ। ਤਾਂ ਡਾਟਾ ਬਿਟਸ ਦੇ ਵਿੱਚ ਇੱਕ ਸਾਈਜ਼ ਦੇ ਟੁਕੜਿਆਂ ਵਿੱਚ ਵੰਡਿਆ ਜਾਂਦਾ, ਮਤਲਬ ਇੱਕ ਪੈਕਟ ਦੇ ਵਿੱਚ ਵੰਡਿਆ ਜਾਂਦਾ। ਮੰਨ ਲਓ ਤੁਸੀਂ ਹੈਲੋ ਲਿਖਿਆ, ਹੈਲੋ ਸੈਂਡ ਕੀਤਾ, ਹੈਲੋ ਨੂੰ ਉਹਨਾਂ ਨੇ 2-3 ਭਾਗਾਂ ਦੇ ਵਿੱਚ ਵੰਡਤਾ, ਐਚ ਨੂੰ ਅਲੱਗ ਵੰਡਤਾ, ਈ ਦਾ ਅਲੱਗ ਪੈਕਟ ਬਣਾਤਾ, ਬਟ ਆਪਾਂ ਨੂੰ ਪਤਾ ਨਹੀਂ ਲੱਗਦਾ। ਇਹ ਸਪੀਡ ਕਿ ਨੈਨੋ ਸੈਕਿੰਡ ਤੋਂ ਵੀ ਘੱਟ, ਬਹੁਤ, ਠੀਕ ਹੈ ਜੀ, ਘੱਟ ਹੈ, ਜਿਹੜੀ ਉਸਨੂੰ ਅੱਖ ਝਪਕਦੇ ਨੇ ਇੰਨੇ 'ਚ ਡਾਟਾ ਕੀ ਟ੍ਰਾਂਸਫਰ ਵੀ ਹੋ ਜਾਂਦਾ। ਨੈਨੋ ਸੈਕਿੰਡ ਦਾ ਮਤਲਬ 10 ਦੀ ਪਾਵਰ 12 ਹੁੰਦਾ ਮਾਈਨਸ, ਠੀਕ ਹੈ ਜੀ। ਤਾਂ ਹਰੇਕ ਪੈਕਟ ਦੇ ਨਾਲ ਇੱਕ ਹੈਡਰ ਜੁੜਿਆ ਜਾਂਦਾ, ਮਤਲਬ ਉਸਦਾ ਇੱਕ ਐਡਰੈਸ ਜੁੜਿਆ ਜਾਂਦਾ ਗਾ ਕਿ ਕਿੱਥੇ ਡਾਟਾ ਜਾਣਾਗਾ, ਕਿੱਥੇ ਉਹਨੇ ਖਤਮ ਹੋਣਾ ਜਾ ਕੇ, ਠੀਕ ਹੈ, ਕਿਹਨੂੰ ਭੇਜਣਾ ਹੈ। ਹੁਣ ਮੈਂ ਮੈਸੇਜ ਕਰ ਰਿਹਾ ਤੁਹਾਨੂੰ, ਐਂ ਤਾਂ ਨਹੀਂ ਕਿਸੇ ਹੋਰ ਲਈ ਪਹੁੰਚ ਗਿਆ, ਤੁਹਾਡੇ ਲਈ ਗਿਆ ਨਾ, ਤਾਂ ਉੱਥੇ ਦੱਸਿਆ ਜਾਂਦਾ ਉਸ ਨੂੰ ਆਪਣੇ ਆਪ ਕੀ ਉਹ ਚੇਂਜ ਕੀਤਾ ਹੈ, ਸ਼ੇਅਰ ਕਰਦੇ ਹਾਂ। ਇਹ ਹਰੇਕ ਪੈਕਟ ਕੰਪਿਊਟਰ ਤੋਂ ਕੰਪਿਊਟਰ ਤੱਕ ਭੇਜਿਆ ਜਾਂਦਾ ਹੈ। ਜਦੋਂ ਤੱਕ ਇਸ ਨੂੰ ਆਪਣੀ ਮੰਜ਼ਿਲ ਨਹੀਂ ਲੱਭਦੀ, ਰਾਹ ਵਿੱਚ ਹਰੇਕ ਕੰਪਿਊਟਰ ਇਹ ਫੈਸਲਾ ਕਰਦਾ ਹੈ ਅਗਲਾ ਪੈਕਟ ਕਿੱਥੋਂ ਭੇਜਣਾ ਹੈ, ਕਿਵੇਂ ਜਾਣਾ ਹੈ। ਇੱਕ ਟੇਬਲ ਬਣ ਜਾਂਦਾ ਉੱਤੇ, ਰਾਊਟਿੰਗ ਟੇਬਲਸ ਹੁੰਦੇ ਨੇ। ਇਸ ਦੇ ਵਿੱਚ ਨੈਟਵਰਕਿੰਗ ਬਹੁਤ ਵੱਡੀ ਚੀਜ਼ ਹੈਗੀ, ਜਿਸ ਵਿੱਚ ਦੱਸਿਆ ਜਾਂਦਾ ਕਿ ਇਸ ਐਡਰੈਸ ਤੋਂ ਲੈ ਕੇ ਇਸ ਐਡਰੈਸ ਦੇ ਵਿੱਚ ਜਾਣਾ ਹੈਗਾ, ਇਸ ਰਸਤੇ ਜਾਣਾ ਹੈ। ਮੰਨ ਲਓ ਤੁਸੀਂ ਕੋਈ ਚੀਜ਼ ਭੇਜ ਦਿਓਗੇ, ਇੱਕ ਲੈਟਰ ਭੇਜ ਦਿਓ, ਸਪੀਡ ਪੋਸਟ ਕਰਾਉਣੇ ਪੱਤਰ, ਠੀਕ ਹੈ, ਡਾਕ ਘਰ ਦੇ ਵਿੱਚ ਜਾ ਕੇ ਸਪੀਡ ਪੋਸਟ ਕਰਾਉਣੇ ਹੋ, ਤੁਹਾਨੂੰ ਇੱਕ ਟਰੈਕਿੰਗ ਨੰਬਰ ਦਿੱਤਾ ਹੁੰਦਾ, ਕੰਸਾਈਨਮੈਂਟ ਨੰਬਰ ਬੋਲਦੇ ਨੇ ਇਹਨੂੰ। ਤੁਸੀਂ ਇੱਕ ਉੱਥੇ ਲਿਖਿਆ ਹੁੰਦਾ ਜੀ ਬੈਗ ਓਪਨ, ਬੈਗ ਬੁੱਕਡ, ਡਿਸਪੈਚ, ਇਸ ਹੱਬ ਤੇ ਪਹੁੰਚ ਗਿਆ, ਤੁਹਾਨੂੰ ਪਤਾ ਲੱਗ ਜਾਂਦਾ ਸਟੇਟਸ ਆਪਣਾ। ਜਾਂ ਕੋਈ ਆਪਾਂ ਚੀਜ਼ ਮੰਗਵਾਉਂਦੇ ਹਾਂ ਆਨਲਾਈਨ, ਤਾਂ ਵੀ ਆਪਾਂ ਸਟੇਟਸ ਚੈੱਕ ਕਰ ਸਕਦੇ ਹਾਂ, ਆਰਡਰ ਦੇਖ ਸਕਦੇ ਹਾਂ ਕਿੱਥੇ ਪਹੁੰਚ ਗਿਆ ਸਾਡਾ ਜਿਹੜਾ ਪਾਰਸਲ ਹੈ। ਤਾਂ ਹਰ ਇੱਕ ਚੀਜ਼ ਮੈਨੇਜ ਕੀਤੀ ਜਾਂਦੀ ਹੈ ਉਹ ਡੈਸਟੀਨੇਸ਼ਨ ਦੇ ਉੱਤੇ, ਤੋਂ ਡਿਲੀਵਰ ਆ ਜਾਂਦਾ ਲਿਖਿਆ ਹੈਗਾ। ਜੇਕਰ ਕੋਈ ਪੈਕਟ ਖਰਾਬ ਵੀ ਹੁੰਦਾ, ਗੁੰਮ ਵੀ ਹੁੰਦਾ, ਤਾਂ ਦੁਬਾਰਾ ਸੰਦੇਸ਼ ਭੇਜ ਜਾਂਦਾ ਕਿ ਇਹ ਫੇਲਡ ਹੋ ਗਿਆ। ਜਿਵੇਂ ਆਪਾਂ ਕੋਈ ਰਿਚਾਰਜ ਕਰਦੇ ਹਾਂ, ਬਾਈ ਚਾਂਸ ਕਿ ਰਿਚਾਰਜ ਨਹੀਂ ਹੁੰਦਾ, ਤਾਂ ਕੀ ਲਿਖਿਆ ਜਾਂਦਾ ਜੀ ਉੱਥੇ, ਫੇਲਡ ਆ ਜਾਂਦਾ, ਅਨਸਕਸੈਸਫੁਲ। ਜੇ ਹੋ ਜਾਏ ਸਕਸੈਸਫੁਲ ਆ ਜਾਂਦਾ, ਠੀਕ ਹੈ। ਤਾਂ ਹੁਣ ਪੈਕਟ ਦੁਬਾਰਾ ਉਹਨਾਂ ਨੂੰ ਅਸਲ ਰੂਪ ਵਿੱਚ ਫਿਰ ਆਪਾਂ ਇਕੱਠੇ ਕਰਦੇ ਹਾਂ, ਫਿਰ ਕੁਝ ਸਕਿੰਟਾਂ ਵਿੱਚ ਉਹਨਾਂ ਨੂੰ ਭੇਜ ਸਕਦੇ ਹਾਂਗੇ, ਆਪਾਂ ਦੁਬਾਰਾ ਰਿਚਾਰਜ ਕਰਵਾ ਲੈਂਦੇ ਹਾਂ ਕਿ ਦੁਬਾਰਾ ਕਰਕੇ ਦੇਖੋ ਟਰਾਈ, ਠੀਕ ਹੈ। ਤਾਂ ਇੰਟਰਨੈਟ ਨੂੰ ਐਕਸੈਸ ਕਰਨ ਲਈ ਤੁਹਾਨੂੰ ਇੱਕ ਐਕਟਿਵ ਇੰਟਰਨੈਟ ਕਨੈਕਸ਼ਨ ਦੀ ਜ਼ਰੂਰਤ ਹੈ। ਮਤਲਬ ਕਿ ਜੇ ਤੁਸੀਂ ਇੰਟਰਨੈਟ ਦੇ ਜ਼ਰੀਏ ਕੁਝ ਲੈਣਾ ਤਾਂ ਤੁਹਾਨੂੰ ਐਕਟਿਵ ਕਰਨਾ ਜ਼ਰੂਰੀ ਹੈ, ਮਤਲਬ ਉਹਨੂੰ ਔਨ ਕਰਨਾ ਜ਼ਰੂਰੀ ਹੈ, ਠੀਕ ਹੈ ਨਾ। ਐਕਟਿਵ ਕਨੈਕਸ਼ਨ ਦੀ ਜ਼ਰੂਰਤ ਹੈ ਤੁਹਾਨੂੰ। ਕਨੈਕਸ਼ਨ ਪਲਾਨ ਨੂੰ ਸਬਸਕ੍ਰਾਈਬ ਕਰਨ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਨੂੰ ਇਕੱਠਾ ਕਰਨਾ ਅਤੇ ਆਪਣੀ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ। ਮੰਨ ਲਓ ਤੁਸੀਂ ਇੰਟਰਨੈਟ ਕਨੈਕਸ਼ਨ ਲੈ ਰਹੇ ਹੋ, ਤੁਸੀਂ ਦੇਖ ਕੇ ਲੈਣਾ ਨਾ, ਯਾਰ 1 GB ਤਾਂ ਲੋਟ ਨਹੀਂ ਆਉਂਦਾ ਦਿਨ 'ਚ, 2 GB ਵਾਲਾ ਲੈਣਾ ਪਲਾਨ, ਠੀਕ ਹੈ, 1.5 GB ਲੈਣਾ ਹੈ। ਤੁਸੀਂ ਉਸ ਦੇ ਅਕੋਰਡਿੰਗ ਆਪਣੀ ਜ਼ਰੂਰਤਾਂ ਨੂੰ ਧਿਆਨ 'ਚ ਰੱਖ ਦਿਓਗੇ, ਤਾਂ ਹੀ ਤੁਸੀਂ ਕੀ ਹੈ ਇੱਕ ਵਧੀਆ ਇੰਟਰਨੈਟ ਕਨੈਕਸ਼ਨ ਜਾਂ ਸਬਸਕ੍ਰਾਈਬਰ ਦੀ ਚੋਣ ਕਰ ਸਕਦੇ ਹੋ। ਜਦੋਂ ਆਪਾਂ ਇੰਟਰਨੈਟ ਪਲਾਨ ਪਾਉਣੇ ਨੂੰ ਬੋਲਦੇ ਹਾਂ, ਸਬਸਕ੍ਰਾਈਬ ਕਰਨਾ, ਠੀਕ ਹੈ, ਸਬਸਕ੍ਰਾਈਬ ਕਰਨਾ। ਇਸ ਦੇ ਵਿੱਚ ਆਪਾਂ ਨੂੰ ਪਤਾ ਲੱਗਿਆ ਕਿ ਕਨੈਕਸ਼ਨ ਦਾ ਕੀ ਉਦੇਸ਼ ਹੈ ਪ੍ਰਾਪਤ ਕਰਨ ਦਾ, ਕਿੰਨੇ ਲਗਾਤਾਰ ਵਰਤੇ ਹੋ, ਕਿੰਨੀ ਤੁਹਾਡੀ ਔਸਤ ਮਾਤਰਾ 'ਚ ਡਾਟਾ ਡਾਊਨਲੋਡ ਕੀਤਾ ਗਿਆ, ਕਿੰਨੀ ਸਪੀਡ ਆਈ ਹੈਗੀ, ਆਪਾਂ ਹਰ ਇੱਕ ਚੀਜ਼ ਤੇ ਚੈੱਕ ਕਰ ਸਕਦੇ ਹਾਂ। ਇਸ ਆਪਾਂ ਕਹਿੰਦੇ ਅੱਜ ਤਾਂ ਵਧੀਆ ਚੱਲ ਰਿਹਾ ਹੈਗਾ, ਹੌਲੀ ਸਪੀਡ ਦੇਈ ਜਾਂਦੇ ਨੇ। ਵੱਖ-ਵੱਖ ਆਪਾਂ ਗੱਲਾਂ ਕਰਦੇ ਹਾਂ ਰੀਅਲ ਲਾਈਫ ਦੇ ਵਿੱਚ, ਜਿਹੜੀ ਰੀਅਲ ਲਾਈਫ ਮਤਲਬ ਜਿਹੜੀ ਆਪਣੀ ਰਨਿੰਗ ਦੇ ਵਿੱਚ, ਠੀਕ ਹੈ ਜੀ। ਜਿੱਥੇ ਤੁਸੀਂ ISP ਦੇਖਦੇ ਹੋ ਕਿ ਆਈਡੀਆ ਤਾਂ ਹੈ ਨਹੀਂ ਕੰਮ ਦਾ ਯਾਰ, ਉਹਦੀ ਸਪੀਡ ਨਹੀਂ ਹੈਗੀ, ਜੀਓ ਦਾ ਨਹੀਂ ਹੈਗਾ, ਹੁਣ ਜੀਓ ਦੀ ਘਟ ਰਹੀ ਹੈ ਸਪੀਡ, ਜਿਵੇਂ ਆਪਾਂ ਦੇਖਦੇ ਹਾਂਗੇ, ਠੀਕ ਹੈ। ਆਪਾਂ ਕਹਿੰਦੇ ਇਹ ਚੀਜ਼ ਦੇ ਵਿੱਚ ਆਹ ਆਫਰ ਮਿਲਦੀ ਹੈਗੀ, ਇੰਨੇ ਮਿੰਟਸ ਮਿਲਦੇ ਨੇ, ਆਪਾਂ ਹਰ ਇੱਕ ਚੀਜ਼ ਨੂੰ ਕਿ ਮੈਨੇਜ ਕਰਦੇ ਹਾਂ। ਆਪਾਂ ਕੋਸਟ ਵੀ ਦੇਖਦੇ ਹਾਂ, ਸਪੀਡ ਵੀ ਦੇਖਦੇ ਹਾਂ, ਡਾਟਾ ਵੀ ਦੇਖਦੇ ਹਾਂ, ਹਰ ਇੱਕ ਚੀਜ਼ ਪਲਾਨ ਵੀ ਦੇਖਦੇ ਹਾਂ। ਪਲਾਨ ਦਾ ਨਾਮ ਜਿਵੇਂ 299 ਵਾਲਾ ਜੀ, 450 ਵਾਲਾ, 365 ਰੁਪਏ ਵਾਲਾ ਗਾ। ਜਿਵੇਂ ਮੈਂ BSNL ਦਾ ਹੈਗਾ 365 ਦਾ ਰਿਚਾਰਜ ਕਰਿਆ ਹੋਇਆ, 2 GB ਡਾਟਾ ਡੇਲੀ ਦਾ ਮਿਲਦਾ ਹੈ। ਠੀਕ ਹੈ, ਆਪਾਂ ਵੱਖ-ਵੱਖ ਪਲਾਨਸ ਦੇ ਦਾਂ, ਜਿਵੇਂ ਤੁਹਾਨੂੰ ਦੱਸਿਆ ਜੀ 450 ਵਾਲਾ, 455, 99 ਵਾਲਾ, ਠੀਕ ਹੈ। ਅਲੱਗ-ਅਲੱਗ ਦਿਨ ਡੇਜ਼ ਹੁੰਦੇ ਨੇ, ਵੈਲਿਡਿਟੀਜ਼ ਹੁੰਦੀਆਂ ਨੇ। ਹਰ ਇੱਕ ਚੀਜ਼ ਆਪਾਂ ਕੀ ਇੱਕ ਦੇਖ ਕੇ ਉਹਨੂੰ ਕੀ ਕਰਦੇ ਹਾਂ, ਐਕਸੈਸ ਕਰਦੇ ਹਾਂ। ਜਿਵੇਂ ਤੁਸੀਂ ਆਹ ਦੇਖਿਆ ਹੋਊਗਾ, ਇੱਕ ਟਰੇ ਬਣੀ ਹੁੰਦੀ, ਜਿਵੇਂ ਆਹ ਟਰੇ ਹੈ, ਇਹ ਵਾਈਫਾਈ ਦੇ ਲਈ ਹੈ। ਜੇ ਇੱਥੇ ਮੈਂ ਬਰੋਡਬੈਂਡ ਲੱਗਿਆ ਦਾ, ਠੀਕ ਹੈ, ਇਸ ਤਰ੍ਹਾਂ ਦਾ ਕਨੈਕਸ਼ਨ ਹੈ। ਦੋ ਤੁਹਾਨੂੰ ਕੰਪਿਊਟਰ ਟਾਈਪ ਲਿਖਦੇ, ਪਹਿਲਾ ਸਰਵਰ ਦਾ, ਇੱਕ ਤੁਹਾਡਾ ਲੋਕਲ ਕੰਪਿਊਟਰ। ਆਪਾਂ ਦੇਖਣਾ ਕਿ ਸਰਵਰ ਸਹੀ ਚੱਲ ਰਿਹਾ ਹੈਗਾ, ਕਿ ਲੋਕਲ ਕੰਪਿਊਟਰ ਦੀ ਦਿੱਕਤ ਆ ਰਹੀ ਹੈਗੀ। ਆਹ ਵਾਈਫਾਈ ਦਾ ਤੁਹਾਡੀ ਇੱਕ ਰੇਂਜ ਦਿਖਾ ਰਿਹਾ ਹੈਗਾ ਵਾਈਫਾਈ ਦੇ ਵਾਸਤੇ। ਇਸ 'ਤੇ ਆਪਾਂ ਰਾਈਟ ਕਲਿੱਕ ਕਰਕੇ ਕੀ ਚੈੱਕ ਕਰ ਸਕਦੇ ਹਾਂ ਜੀ, ਕਨੈਕਸ਼ਨ। ਜਿਵੇਂ ਦੇਖੋ ਓਪਨ ਨੈਟਵਰਕ ਸ਼ੇਅਰਿੰਗ ਸੈਂਟਰ, ਇੱਥੇ ਸਾਰਾ ਕੁਝ ਖੁੱਲ੍ਹ ਜੂਗਾ ਤੁਹਾਡੇ ਕੀ ਸ਼ੇਅਰ ਕਰ ਰਹੇ ਹੋਗੇ, ਠੀਕ ਹੈ। ਨੈਟਵਰਕ ਦੇ ਨਾਲ ਕਿਹੜੀ ਚੀਜ਼ ਜੁੜੀ ਹੋਈ ਹੈ ਤੁਹਾਡੀ, ਇਸ ਤਰ੍ਹਾਂ ਤੁਹਾਡੇ ਕੋਲ ਆ ਵਾਈਫਾਈ ਦੇ ਨੇ ਜਿਵੇਂ, ਠੀਕ ਹੈ। ਤੁਸੀਂ ਇਹਨਾਂ ਨੂੰ ਕਲਿੱਕ ਕਰੋ ਕੋਈ ਵੀ,
ਆਪਾਂ ਐਕਸੈਸ ਕਰ ਲਾਂਗੇ ਕਨੈਕਟ। ਮੰਨ ਲਓ ਇੱਥੇ ਕੋਈ ਹੋਰ ਹੋਵੇ, ਮੈਂ ਦੇਖੂੰਗਾ ਉਹਨੂੰ ਕਿ ਚੁਣੂੰਗਾ ਤੇ ਕਲਿੱਕ ਕਰੂੰਗਾ ਕਨੈਕਟ। ਠੀਕ ਹੈ ਜੀ, ਤੁਹਾਨੂੰ ਲੈਣ ਦਾ ਪੂਰਾ ਨਾਮ ਪਤਾ ਹੈ, ਵੱਖ ਕਿਸਮਾਂ ਪਤਾ ਨੇ, ਵਾਇਰਲੈਸ ਤੇ ਵਾਇਰ ਦੀਆਂ ਤੁਹਾਨੂੰ ਨੈਟਵਰਕਿੰਗ ਕੀ ਹੁੰਦੀ ਹੈ ਤੇ ਲਾਭ ਕੀ ਨੇ। ਠੀਕ ਹੈ, ਤਾਂ ਜਿਹੜਾ ਅੱਜ ਦਾ